ਮਿਲੈ ਸੂਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟਹਿ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸੁਬਾਹ ਤੋਂ ਲੈ ਕੇ ਵੈਸੇ ਆਪਾਂ ਵਿਚਾਰਾਂ ਸਰਵਣ ਕਰ ਹੀ ਰਹੇ ਹਾਂ, ਪਰ ਮੈਂ ਅੱਗੇ ਗੱਲ ਕਰ ਰਿਹਾ ਸੀ ਵੀ ਹੁਣ ਲੈਵਲ ਵੱਧਦੇ ਜਾਣੇ ਆ, ਬੱਚਿਆਂ ਦੇ ਲੈਵਲ ਤੋਂ ਕਾਲਜ ਦੇ ਲੈਵਲ 'ਤੇ। ਹੁਣ ਆਪਾਂ ਸੰਗਤ ਰੂਪ ਦੇ ਵਿੱਚ ਗੱਲ ਕਰਨੀ ਹੈ। ਆਪਾਂ ਸਮਝਣ ਦਾ ਯਤਨ ਕਰਾਂਗੇ ਸਤਿਗੁਰਾਂ ਦੀ ਗੁਰਮਤਿ ਦੀ ਰੌਸ਼ਨੀ ਦੇ ਅੰਦਰ। ਥੋੜ੍ਹੇ ਜਿਹੇ ਇਤਿਹਾਸਕ ਪੱਖ ਪਹਿਲਾਂ ਰੱਖਾਂਗੇ ਕਿ ਸਾਰੀ ਬਾਣੀ ਨੂੰ ਮੇਰੇ ਸਤਿਗੁਰਾਂ ਕਿਵੇਂ ਇਕੱਤਰ ਕੀਤਾ, ਔਰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮੁੱਚੇ ਤੌਰ 'ਤੇ ਕੀ ਉਪਦੇਸ਼ ਪੂਰੀ ਮਨੁੱਖਤਾ ਨੂੰ ਕਰਦੀ ਹੈ। ਇਹ ਸਾਰੀਆਂ ਵਿਚਾਰਾਂ ਆਪਾਂ ਕਰਨੀਆਂ। ਤੋਂ ਜਿੰਨੇ ਆਪਾਂ ਜੁੜ ਬੈਠੇ ਹਾਂ, ਸਰੀਰ ਤਾਂ ਸਾਡੇ ਪਹੁੰਚੇ ਨੇ, ਪਰ ਪੂਰੀ ਕੋਸ਼ਿਸ਼ ਕਰਨੀ ਆ ਵੀ ਸਾਡਾ ਮਨ ਵੀ ਇੱਥੇ ਹੀ ਹੋਵੇ, ਔਰ ਇੰਟਰਸਟ ਲੈਣਾ ਸਿੱਖੀਏ। ਅਸੀਂ ਇੰਟਰਸਟ ਗੁਰਬਾਣੀ ਵਿੱਚ ਲਵਾਂਗੇ ਅਤੇ ਸਾਡਾ ਜੀਵਨ ਬੜਾ ਉੱਚਾ ਹੋਵੇਗਾ। ਔਰ ਜੇ ਇੰਟਰਸਟ ਗੁਰਬਾਣੀ ਵਿੱਚ ਨਾ ਰਿਹਾ, ਅਤੇ ਅਕਸਰ ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਵੀ ਮਨੁੱਖਾ ਜਨਮ ਲੈਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਆ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਮਨੁੱਖਾ ਜਨਮ ਲੈਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਆ। ਪਰ ਉਸ ਤੋਂ ਵੀ ਵੱਡੇ ਭਾਗ ਨੇ ਜੇ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਹੈ। ਉਸ ਤੋਂ ਵੀ ਵੱਡੇ ਭਾਗ ਨੇ ਜੇ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ। ਪਰ ਇਹ ਯਾਦ ਰੱਖਿਓ, ਸਾਰਿਆਂ ਤੋਂ ਵੱਡੇ ਨਿਭਾਗੇ ਉਹ ਹੁੰਦੇ ਨੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਹੋਵੇ ਅਤੇ ਸ਼ਬਦ 'ਚ ਐਜੂਕੇਸ਼ਨ 'ਚ ਉਹਨੂੰ ਕੋਈ ਇੰਟਰਸਟ ਹੀ ਨਾ ਹੋਵੇ। ਉਹ ਸਭ ਤੋਂ ਵੱਡੇ ਨਿਭਾਗੇ ਨੇ। ਇਸ ਕਰਕੇ ਆਪਾਂ ਨਿਭਾਗੇ ਨਹੀਂ ਬਣਨਾ। ਆਓ ਜਿੰਨੇ ਆਪਾਂ ਜੁੜ ਬੈਠੇ ਹਾਂ, ਸਤਿਗੁਰਾਂ ਨੇ ਕਿਹਾ ਨਾ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਸਰੀਰ ਦੇ ਕੋਲ ਬਹਿਣ ਨਾਲ ਗੁਰੂ ਨਾਲ ਨੇੜਤਾ ਨਹੀਂ ਹੋ ਜਾਂਦੀ, ਠੀਕ ਹੈ, ਇਹ ਵੀ ਇੱਕ ਅਭਿਆਸ ਹੈ। ਪਰ ਅਸਲ ਨੇੜਤਾ ਉਦੋਂ ਹੁੰਦੀ ਹੈ ਜਦੋਂ ਸਾਡਾ ਮਨ ਵੀ ਗੁਰੂ ਦੀ ਹਜ਼ੂਰੀ 'ਚ ਆ ਗਿਆ ਹੈ। ਕਈ ਵਾਰੀ ਸਰੀਰ ਗੁਰੂ ਸਾਹਿਬ ਦੇ ਕੋਲ ਬੈਠੇ, ਮਨ ਕਿਤੇ ਹੋਰ ਉਡਾਰੀਆਂ ਮਾਰਦਾ ਹੈ। ਇਸ ਕਰਕੇ ਅਸੀਂ ਸੁਰਤ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ। ਜਿੰਨੇ ਜੁੜੇ ਹਾਂ, ਆਓ ਬਹੁਤ ਪਿਆਰੀ ਫਤਿਹ ਸਾਨੂੰ ਸਤਿਗੁਰਾਂ ਨੇ ਬਖਸ਼ੀ ਹੈ। ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਕੁਝ ਗੁਰਮੁਖ ਪਿਆਰੇ ਸੱਜਣ ਬੈਠੇ ਸਨ ਤੇ ਹੋਰ ਵੀ ਕਈ ਵੀਰ ਬੈਠੇ ਸਨ। ਆਪਸੀ ਵਿਚਾਰ ਚੱਲਦੀ ਪਈ ਸੀ ਤੇ ਵਿਚਾਰ ਹੋ ਰਹੀ ਸੀ ਵੀ ਕਿਹੜਾ ਯੁੱਗ ਵਧੀਆ ਹੈ। ਕੋਈ ਕਹਿੰਦਾ ਵੀ ਸਭ ਤੋਂ ਵਧੀਆ ਸਤਿਯੁਗ ਆ, ਜਿਹਦਾ ਨਾਮ ਹੀ ਸਤਿਯੁਗ ਹੈ, ਸਭ ਤੋਂ ਵਧੀਆ ਯੁੱਗ ਹੈ। ਕਿਸੇ ਨੇ ਦੁਆਪਰ ਦੀ ਗੱਲ ਕਰ ਦਿੱਤੀ, ਕਿਸੇ ਨੇ ਤ੍ਰੇਤੇ ਦੀ ਗੱਲ ਕਰ ਦਿੱਤੀ, ਪਰ ਇੱਕ ਗੁਰਮੁਖ ਪਿਆਰਾ ਬੋਲਿਆ, ਕਹਿੰਦਾ ਮੇਰੇ ਵਾਸਤੇ ਤਾਂ ਕਲਯੁਗ ਹੀ ਸਭ ਤੋਂ ਵਧੀਆ ਹੈ। ਪੁੱਛਿਆ ਕਿਉਂ, ਕਲਯੁਗ ਕਿਉਂ ਵਧੀਆ ਹੈ? ਕਲਯੁਗ ਇਹਨੂੰ ਤਾਂ ਆਮ ਤੌਰ 'ਤੇ ਕੋਈ ਸਹੀ ਸ਼ਬਦਾਂ ਵਿੱਚ ਭੈੜੀ ਨਜ਼ਰ ਨਾਲ ਹੀ ਦੇਖਦਾ ਵੀ ਕਲਯੁਗ ਦਾ ਜ਼ਮਾਨਾ ਹੈ ਜੀ, ਬੜਾ ਮਾੜਾ ਜ਼ਮਾਨਾ ਹੈ। ਤੁਹਾਡੇ ਵਾਸਤੇ ਕਲਯੁਗ ਹੀ ਕਿਉਂ ਫੇਵਰੇਟ ਹੈ? ਤੇ ਗੁਰਮੁਖ ਪਿਆਰੇ ਨੇ ਜਵਾਬ ਦਿੱਤਾ ਵੀ ਕਲਯੁਗ ਮੇਰਾ ਫੇਵਰੇਟ ਇਸੇ ਕਰਕੇ ਆ ਕਿਉਂਕਿ ਇਹੀ ਯੁੱਗ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਇਹੀ ਯੁੱਗ ਹੈ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਆਏ ਹੈ। ਤਾਂ ਸਾਡੇ ਲਈ ਤਾਂ ਬੜਾ ਮਹਾਨ ਹੋਇਆ, ਫਿਰ ਸਾਡੇ ਲਈ ਤਾਂ ਮਾੜਾ ਹੀ ਨਹੀਂ ਹੋਇਆ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਯਾਦ ਕਰਦੇ ਹਾਂ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਾਂ ਜਾਣਦੇ ਹਾਂ ਉਦਾਸੀਆਂ 'ਤੇ ਨਿਕਲੇ ਹੈ। ਉਦਾਸੀਆਂ ਕਰਦੇ ਕਰਦੇ ਸਿੱਧਾਂ ਦੇ ਨਾਲ ਵਿਚਾਰ ਹੋਈ ਹੈ, ਸਿੱਧਾਂ ਨੂੰ ਮਿਲੇ ਨੇ, ਸਿੱਧਾਂ ਨਾਲ ਗੋਸ਼ਟੀ ਹੋਈ ਹੈ। ਅਤੇ ਸਿੱਧਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਵੀ ਹੇ ਨਾਨਕ, ਕਿਉਂਕਿ ਉਹ ਬਾਲਾ ਕਰਕੇ ਬੁਲਾਉਂਦੇ ਸੀ, ਉਮਰਾਂ ਕਰਕੇ ਵੱਡੇ ਸੀ ਔਰ ਵੈਸੇ ਵੀ ਹੰਕਾਰ ਕਰਕੇ ਵੀ ਆਪਣੇ ਆਪ ਨੂੰ ਵੱਡਾ ਸਮਝਦੇ ਸੀ। ਕਹਿੰਦੇ ਹੇ ਨਾਨਕ ਬਾਲਕ, ਤੂੰ ਸਾਨੂੰ ਤਾਂ ਕਹਿਣਾ ਪਿਆ ਵੀ ਪਹਾੜਾਂ 'ਤੇ ਬਹਿਣ ਦਾ ਕੋਈ ਫਾਇਦਾ ਨਹੀਂ ਹੈਗਾ, ਗ੍ਰਹਿਸਥ 'ਚ ਮੁੜ ਆਓ। ਤੂੰ ਜੰਗਲ ਗਿਆ ਨੂੰ, ਜੰਗਲ ਵਿੱਚ ਬੈਠਿਆਂ ਨੂੰ ਸੰਸਾਰ ਦੇ ਵਿੱਚ ਵਾਪਸ ਮੋੜਦਾ ਪਿਆ। ਤੂੰ ਪਹਾੜਾਂ 'ਤੇ ਬੈਠਿਆਂ ਨੂੰ ਵਾਪਸ ਮੋੜਦਾ ਪਿਆ। ਪਰ ਕਮਾਲ ਦੀ ਗੱਲ, ਆਪ ਵੀ ਤੂੰ ਤਾਂ ਇਹ ਉਦਾਸੀ ਭੇਖ ਬਣਾ ਕੇ ਬਾਹਰ ਹੀ ਨਿਕਲਿਆ ਹੈ ਨਾ। ਸਾਨੂੰ ਤੂੰ ਵਾਪਸ ਮੋੜਦਾ ਪਿਆ, ਤੁਸੀਂ ਆਪ ਕਿਉਂ ਇਸ ਤਰ੍ਹਾਂ ਭੇਖ ਬਣਾ ਕੇ ਬਾਹਰ ਨਿਕਲੇ ਹੋ? ਤੁਸੀਂ ਇਹ ਉਦਾਸੀਆਂ ਕਿਉਂ ਕਰ ਰਹੇ ਹੋ? ਅਤੇ ਉਦੋਂ ਗੁਰੂ ਨਾਨਕ ਸਾਹਿਬ ਨੇ ਇਹ ਜਵਾਬ ਦਿੱਤਾ, ਕਹਿੰਦੇ ਮੇਰੇ ਉਦਾਸੀਆਂ ਕਰਨ ਦਾ ਮਕਸਦ ਗ੍ਰਹਿਸਥ ਛੱਡਣਾ, ਸੰਸਾਰ ਛੱਡਣਾ ਨਹੀਂ ਹੈ। ਮੇਰੇ ਉਦਾਸੀਆਂ ਕਰਨ ਦਾ ਇੱਕੋ ਹੀ ਮਕਸਦ ਆ। ਆਪਾਂ ਪੜ੍ਹਦੇ ਹਾਂ ਸਿੱਧ ਗੋਸ਼ਟ ਦੇ ਵਿੱਚ, ਗੁਰਮੁਖ ਖੋਜਤ ਭਏ ਉਦਾਸੀ। ਮੈਂ ਤਾਂ ਗੁਰਮੁਖਾਂ ਨੂੰ ਖੋਜਣ ਨਿਕਲਿਆ। ਅਤੇ ਇਹ ਬੜਾ ਵੱਡਾ ਮਹਾਨ ਪਰਉਪਕਾਰ ਹੈ ਗੁਰੂ ਨਾਨਕ ਸਾਹਿਬ ਦਾ। ਤੁਸੀਂ ਦੇਖੋ, ਉਹ ਨਿਕਲੇ ਉਦਾਸੀਆਂ ਦੇ, ਕਦੀ ਜਾ ਕੇ ਭਗਤ ਰਵਿਦਾਸ ਨੂੰ ਮਿਲਦੇ, ਕਦੀ ਭਗਤ ਕਬੀਰ ਨੂੰ ਮਿਲਦੇ, ਕਦੀ ਕਿੰਨੇ ਹੋਰ ਮਹਾਂਪੁਰਸ਼ਾਂ ਨੂੰ ਮਿਲਦੇ ਆ। ਅਤੇ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਗਏ, ਉਹਨਾਂ ਦੀ ਬਾਣੀ ਇਕੱਤਰ ਕਰਕੇ ਇਕੱਠੀ ਕਰੀ ਗਏ। ਮੈਂ ਜਿਹੜਾ ਸ਼ੁਰੂ ਤੋਂ ਇਹ ਦੱਸਣੀ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਦਾ ਮਕਸਦ ਜਿਹੜਾ ਹੈ, ਇਹ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਿਆ। ਠੀਕ ਹੈ, ਕੁਝ ਵਕਤੀ ਕਾਰਨ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਬਣੇ ਹੈ, ਪਰ ਸਦੀਵੀ ਤੌਰ 'ਤੇ ਜਦੋਂ ਅਸੀਂ ਧਿਆਨ ਨਾਲ ਦੇਖੀਏ, ਇੱਧਰ ਧਿਆਨ ਰੱਖਿਆ ਕਰੋ, ਆਏ ਗਏ ਵੱਲ ਧਿਆਨ ਨਹੀਂ ਆਪਾਂ ਰੱਖਣਾ, ਬਿਲਕੁਲ ਇੱਧਰ ਕਨਸਨਟਰੇਟ ਕਰਨਾ ਹੈ। ਜਿਵੇਂ ਭਾਈ ਗੁਰਦਾਸ ਕਹਿੰਦੇ ਆ ਨਾ ਵੀ ਜਦੋਂ ਭਵਰੇ ਦਾ ਜਿਹੜਾ ਉਹ ਫੁੱਲ 'ਤੇ ਆਪਣੀ ਸੁਗੰਧੀ ਮਾਣਦਾ ਹੈ ਨਾ, ਉਹਨੂੰ ਕੋਈ ਪਤਾ ਨਹੀਂ ਵੀ ਕਿਹੜਾ ਹੋਰ ਭਵਰਾ ਆਉਂਦਾ, ਕਿਹੜਾ ਉੱਡ ਜਾਂਦਾ, ਉਹਨਾਂ ਨੂੰ ਕੋਈ ਪਤਾ ਨਹੀਂ, ਕਿਉਂਕਿ ਉਹ ਮਗਨ ਹੋ ਜਾਂਦੇ ਆ। ਤਾਂ ਅਸੀਂ ਗੁਰੂ ਦੇ ਭਵਰੇ ਬਣਨਾ ਹੈ, ਤਾਂ ਇੱਧਰ ਕਨਸਨਟਰੇਟ ਰੱਖਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਈ ਮਹਾਂਪੁਰਖਾਂ ਨੂੰ ਜਾ ਕੇ ਮਿਲਦੇ ਆ, ਉਹਨਾਂ ਦੇ ਬੋਲ ਇਕੱਤਰ ਕਰਦੇ ਆ, ਅਤੇ ਇਕੱਲੇ ਲੈ ਕੇ ਨਹੀਂ ਆਉਂਦੇ, ਲਿਖ ਵੀ ਲੈਂਦੇ, ਪੋਥੀ ਵੀ ਲਿਖਦੇ ਆ, ਔਰ ਆਪ ਵੀ ਜਦੋਂ ਬਾਣੀ ਉਚਾਰਨ ਕਰਦੇ ਉਹਨੂੰ ਲਿਖ ਲੈਂਦੇ ਆ। ਵੇਖੋ, ਇਹ ਪਰਉਪਕਾਰ ਕੋਈ ਛੋਟਾ ਨਹੀਂ। ਜੇ ਗੁਰੂ ਨਾਨਕ ਸਾਹਿਬ ਨਾ ਲਿਖਦੇ ਤੇ ਸਾਡੇ ਕੋਲ ਹੋ ਸਕਦਾ ਗ੍ਰੰਥ ਹੁੰਦੇ, ਪਰ ਉਹਨਾਂ ਧਰਮਾਂ ਵਾਂਗੂ ਹੀ ਹੁੰਦੇ। ਕਈ ਸਾਰਿਆਂ ਕੋਲ ਧਰਮ ਗ੍ਰੰਥ ਤਾਂ ਹੈ, ਪਰ ਕੋਈ ਐਸੇ ਗ੍ਰੰਥ ਦੀ ਮਿਸਾਲ ਮਿਲਦੀ ਆ ਜਿਹੜਾ ਕੋਈ ਰਹਿਬਰ ਆਪ ਹੀ ਲਿਖ ਕੇ ਗਿਆ ਹੋਵੇ, ਤੇ ਆਪ ਲਿਖ ਕੇ ਗਿਆ ਹੋਵੇ, ਕੋਈ ਸਬੂਤ ਦੇ ਦੇਵੇ ਵੀ ਆਪੇ ਆਪਣੇ ਹੱਥੀਂ ਉਹ ਲਿਖ ਕੇ ਤੇ ਆਪਣੇ ਜਿਹੜੇ ਅੱਗੋਂ ਕੌਮ ਨੂੰ ਦੇ ਕੇ ਗਿਆ ਹੋਵੇ। ਤੇ ਇਸ ਪਰਉਪਕਾਰ ਹੈ ਸਾਡੇ ਗੁਰੂ ਸਾਹਿਬਾਨ ਦਾ। ਕਿੰਨਾ ਉਹਨਾਂ ਨੇ ਸਾਡਾ ਫਿਕਰ ਕੀਤਾ ਕਿ ਮੇਰੇ ਬੱਚੇ ਕਿਤੇ ਇਹਨਾਂ ਉੱਚੇ ਬੋਲਾਂ ਤੋਂ ਵਾਂਝੇ ਨਾ ਰਹਿ ਜਾਣ, ਤੇ ਇੰਨਾ ਪਰਉਪਕਾਰ ਕੀਤਾ ਹੋਵੇ, ਸਾਰੇ ਦਾ ਸਾਰਾ ਜੀਵਨ ਉਹਨਾਂ ਨੇ ਇਸ ਪਾਸੇ ਲਾਇਆ ਹੋਵੇ, ਤੇ ਅਸੀਂ ਕਹੀਏ ਮੇਰਾ ਜਪਜੀ ਸਾਹਿਬ ਪੜ੍ਹਨ ਨੂੰ ਜੀ ਨਹੀਂ ਕਰਦਾ, ਬਾਕੀ ਸਹਿਜ ਪੜ੍ਹ ਤਾਂ ਕੀ ਕਰਨਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਇਕੱਤਰ ਕੀਤੀ, ਆਪ ਵੀ ਉਚਾਰਨ ਕਰਦੇ ਨੇ, ਪੋਥੀ ਸਾਹਿਬ 'ਤੇ ਲਿਖ ਲੈਂਦੇ ਨੇ, ਗੁਰਮੁਖਾਂ ਤੋਂ ਇਕੱਤਰ ਕਰਕੇ ਉਹਨੂੰ ਵੀ ਪੋਥੀ ਸਾਹਿਬ 'ਤੇ ਸਾਂਭ ਲੈਂਦੇ ਨੇ, ਔਰ ਇਸ ਤਰ੍ਹਾਂ ਸਾਰੀ ਬਾਣੀ ਸਾਂਭੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਭਾਈ ਲਹਿਣੇ ਨੂੰ ਗੁਰਿਆਈ ਦਿੱਤੀ ਹੈ, ਭਾਈ ਲਹਿਣਾ ਗੁਰੂ ਅੰਗਦ ਸਾਹਿਬ ਬਣੇ, ਅਤੇ ਗੁਰੂ ਨਾਨਕ ਸਾਹਿਬ ਨੇ ਉਹ ਸਾਰੀਆਂ ਪੋਥੀਆਂ ਗੁਰੂ ਅੰਗਦ ਸਾਹਿਬ ਦੇ ਸਪੁਰਦ ਕਰ ਦਿੱਤੀਆਂ। ਗੁਰੂ ਅੰਗਦ ਸਾਹਿਬ ਗੁਰੂ ਬਣੇ, ਉਹਨਾਂ ਨੇ ਖੁਦ ਬਾਣੀ ਉਚਾਰਨ ਕੀਤੀ ਔਰ ਲਿਖੀ ਵੀ। ਫਿਰ ਜਿਹੜੀਆਂ ਪੋਥੀਆਂ ਗੁਰੂ ਨਾਨਕ ਸਾਹਿਬ ਨੇ ਸੌਂਪੀਆਂ ਸੀ,
ਜਿਹੜੀ ਬਾਣੀ ਗੁਰੂ ਸਾਹਿਬ ਨੇ ਆਪ ਉਚਾਰੀ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਜਦੋਂ ਗੁਰੂ ਅਮਰਦਾਸ ਨੂੰ ਗੁਰਿਆਈ ਦਿੱਤੀ ਹੈ, ਤੇ ਉਹ ਸਾਰੀਆਂ ਪੋਥੀਆਂ ਫਿਰ ਗੁਰੂ ਅਮਰਦਾਸ ਨੂੰ ਦਿੱਤੀਆਂ। ਹਾਲਾਂਕਿ ਇਤਿਹਾਸ ਦੱਸਦਾ ਵੀ ਕੁਝ 2 ਕੁ ਪੋਥੀਆਂ ਗੁਰੂ ਅਮਰਦਾਸ ਜੀ ਨੇ ਵੀ ਤਿਆਰ ਕਰਾਈਆਂ, ਕਿਉਂਕਿ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਇਉਂ ਜਾਪਦਾ ਹੈ ਵੀ ਕੁਝ ਮੰਨ ਲਓ ਭਗਤਾਂ ਦੀ ਬਾਣੀ ਹੈ ਤੇ ਉਹਦੇ ਵਿੱਚ ਕੁਝ ਸਪਸ਼ਟਤਾ ਗੁਰੂ ਅਮਰਦਾਸ ਵੀ ਕਰਦੇ ਆ। ਜਿਵੇਂ ਬਾਬਾ ਫਰੀਦ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਆ ਨਾ, ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਰਤ ਨਾ ਹੋਏ। ਉਹ ਕਹਿੰਦੇ ਵੀ ਜਿਹੜੇ ਰੱਬ ਦੇ ਨਾਲ ਰੱਤੇ ਗਏ ਉਹਨਾਂ ਦੇ ਸਰੀਰ 'ਚ ਖੂਨ ਹੀ ਨਹੀਂ ਹੁੰਦਾ। ਤੇ ਹੁਣ ਉਹਨੂੰ ਗੁਰੂ ਅਮਰਦਾਸ ਜੀ ਫਿਰ ਸਪਸ਼ਟ ਕਰਦੇ ਪਏ, ਕਿਉਂਕਿ ਇਹ ਹੈਰਾਨੀ ਦੀ ਗੱਲ ਵੀ ਖੂਨ ਹੀ ਨਹੀਂ ਹੁੰਦਾ, ਸਰੀਰ 'ਚ ਹੀ ਨਹੀਂ ਖੂਨ ਹੈਗਾ। ਤੇ ਗੁਰੂ ਅਮਰਦਾਸ ਜੀ ਫਿਰ ਲਿਖਦੇ ਨੇ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਕਹਿੰਦੇ ਜਿੰਨੇ ਵੀ ਸਰੀਰ ਆ, ਕੋਈ ਸਰੀਰ ਖੂਨ ਤੋਂ ਬਿਨਾਂ ਨਹੀਂ ਹੁੰਦੇ। ਜਿਹੜੇ ਰੱਬ ਨਾਲ ਜੁੜ ਜਾਣ ਉਹਨਾਂ ਦੇ ਅੰਦਰ ਲੋਭ ਰੂਪੀ ਖੂਨ ਨਹੀਂ ਹੁੰਦਾ, ਮਤਲਬ ਲੋਭ ਨਹੀਂ ਹੁੰਦਾ ਉਹਨਾਂ ਦੇ ਖੂਨ 'ਚ, ਲੋਭ ਨਹੀਂ ਹੁੰਦਾ, ਲਾਲਚ ਨਹੀਂ ਹੁੰਦਾ। ਤੋ ਕਹਿਣ ਤੋਂ ਭਾਵ ਕੀ ਹੈ ਵੀ ਉਹ ਬਾਣੀ ਗੁਰੂ ਅਮਰਦਾਸ ਜੀ ਕੋਲ ਵੀ ਆਈ, ਉਹ ਵੀ ਸਾਂਭਦੇ ਨੇ, ਜਿੱਥੇ ਸਪਸ਼ਟ ਕਰਨ ਦੀ ਲੋੜ ਪਈ ਉਹ ਵੀ ਸਪਸ਼ਟ ਕਰਦੇ ਨੇ। ਔਰ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਿੱਤੀ ਆ, ਉਹ ਸਾਰੀਆਂ ਪੋਥੀਆਂ ਉਹਨਾਂ ਨੂੰ ਸੌਂਪੀਆਂ। ਹਾਲਾਂਕਿ ਜ਼ਿਕਰ ਆਉਂਦਾ ਵੀ ਕੁਝ ਪੋਥੀਆਂ ਬਾਬਾ ਮੋਹਨ ਜੀ ਪਾਸ ਵੀ, ਜੋ 2 ਪੋਥੀਆਂ ਦਾ ਜ਼ਿਕਰ ਆਉਂਦਾ, ਉਹਨਾਂ ਕੋਲ ਵੀ ਹਨ। ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਆਇਆ, ਸਾਰੀਆਂ ਪੋਥੀਆਂ ਉਹਨਾਂ ਤੱਕ ਪਹੁੰਚੀਆਂ। ਇਹ ਤਾਂ ਸਦੀਵੀ ਕਾਰਨ, ਜਿਹੜਾ ਸਮੁੱਚਾ ਵੱਡਾ ਕਾਰਨ, ਕਿਉਂਕਿ ਇਹ ਜਿਵੇਂ ਸਾਡੇ ਗੁਰਮੁਖ ਪਿਆਰੇ ਕਹਿੰਦੇ ਹਨ ਨਾ, ਇਹ ਪੂਰੇ ਪੰਥ ਨੂੰ ਕਿਵੇਂ ਸਿਰਜਣਾ ਇਹਦੀ ਪਲੈਨਿੰਗ ਗੁਰੂ ਨਾਨਕ ਸਾਹਿਬ ਕਰ ਗਏ ਆ। ਗੁਰਮੁਖ ਜਨ ਕਹਿੰਦੇ ਆ ਵੀ ਨਕਸ਼ਾ ਗੁਰੂ ਨਾਨਕ ਸਾਹਿਬ ਨੇ ਬਣਾਇਆ, ਫਿਰ ਅਗਲੇ ਜਾਮਿਆਂ ਵਿੱਚ ਉਹਨਾਂ ਨੇ ਰੰਗ ਭਰੇ ਆ। ਤੋ ਸਾਰੀ ਪਲੈਨਿੰਗ ਜਿਹੜੀ ਗੁਰੂ ਨਾਨਕ ਸਾਹਿਬ ਕਰ ਗਏ ਆ। ਔਰ ਫਿਰ ਅੱਗੇ ਜਾ ਕੇ ਫਿਰ ਉਹ ਹੌਲੀ ਹੌਲੀ ਉਹਨਾਂ ਨੂੰ ਨੇਪਰੇ ਚਾੜਿਆ। ਔਰ ਇੱਥੇ ਵੀ ਧਿਆਨ ਰੱਖਿਓ, ਕਈ ਕਹਿ ਦਿੰਦੇ ਆ ਵੀ ਕੀ ਗੁਰੂ ਨਾਨਕ ਸਾਹਿਬ ਹੀ ਸਮਰੱਥ ਨਹੀਂ ਸਨ। ਅਕਸਰ ਸਵਾਲ ਕਰ ਲਏ ਜਾਂਦੇ ਆ ਵੀ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ, ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ, ਗੁਰੂ ਨਾਨਕ ਸਾਹਿਬ ਹੀ ਦੇ ਦਿੰਦੇ, ਸ਼ੁਰੂ 'ਚ ਹੀ ਅੰਮ੍ਰਿਤ ਛਕਾ ਦਿੰਦੇ, ਬਾਕੀ ਗੁਰੂ ਸਾਹਿਬਾਨਾਂ ਨੇ ਕਿਉਂ ਨਹੀਂ ਅੰਮ੍ਰਿਤ ਛਕਿਆ? ਕਿ ਉਹ ਸਮਰੱਥ ਨਹੀਂ ਸਨ? ਨਹੀਂ ਸਤ ਸੰਗਤ, ਹੈ ਤਾਂ ਇੱਕੋ ਹੀ ਜਾਮਾ ਹੈ ਨਾ, ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਗੁਰ ਅਵਤਾਰ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹੈ, ਤੇ ਗੁਰੂ ਗੋਬਿੰਦ ਸਿੰਘ ਹੀ ਗੁਰੂ ਨਾਨਕ ਹੈ। ਜੋਤ ਤਾਂ ਇੱਕੋ ਹੀ ਹੈ ਨਾ। ਕਰ ਗੁਰੂ ਨਾਨਕ ਸਾਹਿਬ ਵੀ ਸਕਦੇ ਸੀ, ਉਹ ਉਹਨਾਂ 70 ਸਾਲਾਂ ਦੇ ਸਮੇਂ ਵਿੱਚ ਹੀ ਸਭ ਕੁਝ ਕਰ ਸਕਦੇ ਸੀ, ਪਰ ਇੰਨੀ ਛੇਤੀ ਸਭ ਕੁਝ ਐਕਸੈਪਟ ਕਰ ਲੈਣ ਦਾ ਸਾਡਾ ਲੈਵਲ ਨਹੀਂ ਸੀ ਹੈਗਾ। ਇਹ ਧਿਆਨ ਰੱਖਿਓ, ਉਹਨਾਂ ਕੋਲ ਤਾਂ ਸਮਰੱਥਾ ਹੈਗੀ ਸੀ, ਪਰ ਇੰਨੀ ਛੇਤੀ ਤੇ ਇੰਨਾ ਕੁਝ ਗ੍ਰੈਸਪ ਕਰ ਲੈਣਾ ਇਹ ਸੌਖੀ ਜੀ ਗੱਲ ਨਹੀਂ ਹੁੰਦੀ। ਆਮ ਲੋਕ ਜਿਨ੍ਹਾਂ ਦੇ ਗਲਾਂ 'ਚ ਟੱਲ ਪਾਏ ਜਾਂਦੇ ਆ, ਜਿਨ੍ਹਾਂ ਨੂੰ ਖੂਹ ਤੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ, ਜਿਹੜੇ ਜਾਤ ਵੰਡੀਆਂ 'ਚ ਵੰਡੇ ਹੋਏ ਆ, ਜਿਹੜੇ ਕੇਵਲ ਬਾਹਰੀ ਭੇਖ ਤੇ ਹੀ ਰੁਕ ਕੇ ਰਹਿ ਗਏ ਆ, ਉਹਨਾਂ ਨੂੰ ਇੱਕੋ ਦਮ ਐਡਾ ਮਹਾਨ ਸਿਧਾਂਤ ਥੋੜ੍ਹੇ ਜਿਹੇ ਸਮੇਂ 'ਚ ਗ੍ਰਹਿਣ ਕਰ ਲੈਣ, ਇਹ ਕੋਈ ਸੌਖੀ ਗੱਲ ਨਹੀਂ ਸੀ ਹੈਗੀ। ਇਹ ਸਮਾਂ ਗੁਰੂ ਸਾਹਿਬ ਨੂੰ ਨਹੀਂ ਸੀ ਚਾਹੀਦਾ ਸਭ ਕੁਝ ਪੰਥ ਸਿਰਜਣ ਵਾਸਤੇ, ਸਮਾਂ ਲੋਕਾਈ ਨੂੰ ਚਾਹੀਦਾ ਸੀ। ਕਿਉਂਕਿ ਜਿਵੇਂ ਜਿਵੇਂ ਉਹ ਗ੍ਰੈਸਪ ਕਰਦੇ ਗਏ। ਔਰ ਅਕਸਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ, ਜਦੋਂ ਵੀ ਕੋਈ ਆਪਣਾ ਧਰਮ ਸ਼ੁਰੂ ਕਰਦਾ ਨਾ, ਸਭ ਤੋਂ ਪਹਿਲਾਂ ਚਿੰਨ੍ਹ ਦਿੰਦਾ, ਆਹ ਚਿੰਨ੍ਹ ਧਾਰਨ ਕਰੋ। ਪਰ ਕਮਾਲ ਦੀ ਗੱਲ ਸਾਡੇ ਗੁਰੂ ਸਾਹਿਬਾਨਾਂ ਦੀ, ਉਹਨਾਂ ਨੇ 9 ਜਾਮੇ ਅੰਦਰ ਤੇ ਕੰਮ ਕੀਤਾ ਵੀ ਉਹ ਸਿੱਖੀ ਨੂੰ ਅੰਦਰੋਂ ਦ੍ਰਿੜ ਕਰੋ, ਤੇ 10ਵੇਂ ਜਾਮੇ 'ਚ ਜਾ ਕੇ ਚਿੰਨ੍ਹ ਦਿੱਤੇ ਆ। ਭਲਿਆ ਸਾਰਾ ਜ਼ੋਰ ਅੰਦਰ ਵੀ ਉਹ ਸਿੱਖੀ ਧਾਰਨ ਕਰਨ ਤੇ ਲਾ ਦੇ। ਪਹਿਲੇ ਜਾਮੇ 'ਚ ਚਿੰਨ੍ਹ ਨਹੀਂ ਦਿੱਤੇ ਵੀ ਕਿਤੇ ਸਿੱਖ ਭੇਖੀ ਨਾ ਬਣ ਕੇ ਰਹਿ ਜਾਵੇ, ਪਹਿਲਾਂ ਹੀ ਚਿੰਨ੍ਹ ਪਾ ਲਏ, ਅੰਦਰ ਸਿੱਖੀ ਆਈ ਨਾ, ਤੇ ਫਿਰ ਗੱਲ ਨਹੀਂ ਨਾ ਬਣਨੀ। ਤੋ ਸਾਰੇ ਜਾਮਿਆਂ ਵਿੱਚ ਪਹਿਲਾਂ ਅੰਦਰ ਸਿੱਖੀ ਦੇ ਸਿਧਾਂਤ ਗ੍ਰਹਿਣ ਕਰਨ ਤੇ ਪੂਰਾ ਜ਼ੋਰ ਲਾਇਆ ਹੈ, ਤੇ ਜਦੋਂ ਇੱਕ ਸਿੱਖ ਤਿਆਰ ਹੋ ਗਿਆ, ਫਿਰ ਉਹਨੂੰ ਇੱਕ ਬੜੇ ਨਿਆਰੇ ਸਿਧਾਂਤ ਵਾਲੇ ਉੱਚੇ 5 ਕਕਾਰ ਦੇ ਦਿੱਤੇ ਆ। ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਹੀ ਇਹ ਮਕਸਦ ਹੈ ਕਿ ਗੁਰੂ ਗ੍ਰੰਥ ਸਾਹਿਬ, ਜਿਹੜੀ ਆਮ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਸ਼ਬਦ ਗੁਰੂ ਨਾਲ ਜੋੜਨਾ, ਔਰ ਆਪਣੀ ਬਾਣੀ 'ਚ ਹੀ ਸਪਸ਼ਟ ਕਰ ਗਏ ਆ ਵੀ ਜੇ ਸ਼ਬਦ ਗੁਰੂ ਨਾਲ ਨਾ ਜੋੜਨਾ ਹੁੰਦਾ ਤੇ ਆਪਣੇ ਬਚਨਾਂ 'ਚੋਂ ਨਾ ਕਿਉਂ ਸਪਸ਼ਟ ਕਰਨਾ ਸੀ? ਫਿਰ ਜਦੋਂ ਪੁੱਛਿਆ ਸਿੱਧਾਂ ਨੇ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਮੇਰਾ ਗੁਰੂ ਹੈ ਤੇ ਚੇਲਾ ਸੁਰਤ ਹੈ। ਇਸੇ ਕਰਕੇ ਦਾਸ ਅਕਸਰ ਇਹ ਬੇਨਤੀ ਕਰਦਾ ਹੁੰਦਾ ਹੈ, ਸ਼ਬਦ ਗੁਰੂ ਤਾਂ ਹੈ, ਪਰ ਕਈ ਵਾਰੀ ਟੀਚਰ ਪੜ੍ਹਾ ਰਿਹਾ ਹੋਵੇ ਨਾ, ਤੇ ਸਟੂਡੈਂਟ ਹੀ ਨਾ ਉੱਥੇ ਮੌਜੂਦ ਹੋਵੇ, ਤੇ ਟੀਚਰ ਦਾ ਪੜ੍ਹਾਇਆ ਵੀ ਕੀ ਕਰੂਗਾ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਸਿੱਖ ਸਿੱਖਣਾ ਹੀ ਨਹੀਂ ਚਾਹੁੰਦਾ ਤੇ ਸੱਚਾ ਸਤਿਗੁਰੂ ਫਿਰ ਕੀ ਕਰੇਗਾ?
ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਇਸ ਕਰਕੇ ਦੋਨੋਂ, ਜਦੋਂ ਵੀ ਕੋਈ ਚੀਜ਼ ਦਾ ਅਸਰ ਹੋਣਾ ਆ, ਦੋਨੋਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਦੋਏ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਟੀਚਰ ਦਾ ਹੋਣਾ ਜ਼ਰੂਰੀ ਹੈ, ਪਰ ਨਾਲ ਸਟੂਡੈਂਟ ਦਾ ਹੋਣਾ ਵੀ ਤਾਂ ਜ਼ਰੂਰੀ ਹੈ ਨਾ। ਜੇ ਸਟੂਡੈਂਟ ਨਹੀਂ, ਸਟੂਡੈਂਟ ਕਰਕੇ ਹੀ ਤਾਂ ਟੀਚਰ ਹੈ। ਟੀਚਰ ਦੀ ਹੋਂਦ ਵੀ ਤਾਂ ਸਟੂਡੈਂਟ ਹੀ ਨਹੀਂ ਟੀਚਰ, ਟੀਚਰ ਵੀ ਕਿਵੇਂ ਅਖਵਾਏਗਾ। ਪੇਸ਼ੈਂਟ ਹੀ ਨਹੀਂ ਤੇ ਡਾਕਟਰ ਵੀ ਕਿਵੇਂ ਅਖਵਾਏਗਾ। ਇਸ ਕਰਕੇ ਸਟੂਡੈਂਟ ਦਾ ਵੀ ਹੋਣਾ ਜ਼ਰੂਰੀ ਹੈ। ਜੇ ਸ਼ਬਦ ਗੁਰੂ ਹੈਗਾ ਹੈ ਨਾ, ਆ ਚੇਲਾ ਕੀ ਆ? ਚੇਲਾ ਸਰੀਰ ਨਹੀਂ ਕਿਹਾ ਮਹਾਰਾਜ ਨੇ। ਅਸੀਂ ਸਰੀਰ ਤਾਂ ਲੈ ਕੇ ਆ ਜਾਂਦੇ ਹਾਂ, ਪਰ ਸੁਰਤ ਲੈ ਕੇ ਆਉਂਦੇ ਅਸੀਂ। ਸਰੀਰ ਨੂੰ ਲੰਗਰ ਖਵਾਤਾ, ਸਰੀਰ ਨੂੰ ਲੈ ਕੇ ਆ ਗਏ, ਸਰੀਰ ਨੇ ਮੱਥਾ ਟੇਕਤਾ, ਸਰੀਰ ਨੇ ਪਰਿਕਰਮਾ ਕਰਤੀਆਂ, ਸਰੀਰ ਕਰਕੇ ਬਾਣੀ ਪੜ੍ਹ ਲਈ। ਸਰੀਰ ਤਾਂ ਚੇਲਾ ਦੱਸਿਆ ਹੀ ਨਹੀਂ ਮਹਾਰਾਜ ਨੇ। ਮਹਾਰਾਜ ਨੇ ਤੇ ਚੇਲਾ ਸੁਰਤ ਆਖਿਆ ਕਿ ਸੁਰਤ ਵੀ ਗੁਰੂ ਨਾਲ ਜੋੜਨੀ ਹੈ। ਜਪਜੀ ਸਾਹਿਬ ਪੜ੍ਹਦਾ, ਤੇਰੀ ਸੁਰਤ ਪ੍ਰੈਜ਼ੈਂਟ ਸੀ। ਅਸੀਂ ਸਹਿਜ ਪਾਠ ਕਰਦੇ ਕਿ ਸਾਡੀ ਸੁਰਤ ਪ੍ਰੈਜ਼ੈਂਟ ਹੈ। ਸਟੂਡੈਂਟ ਦਾ ਹੋਣਾ ਵੀ ਤਾਂ ਜ਼ਰੂਰੀ ਹੈ ਨਾ। ਸਟੂਡੈਂਟ ਨੂੰ ਵੀ ਬਿਠਾਈਏ ਕਲਾਸ ਵਿੱਚ। ਸਟੂਡੈਂਟ ਬਾਹਰ ਭੱਜਾ ਫਿਰਦਾ ਹੈ ਤੇ ਇਕੱਲਾ ਉਹ ਜਿਹੜਾ ਬਿਲਡਿੰਗ ਜੀ ਰਹਿ, ਸਰੀਰ ਤਾਂ ਬਿਲਡਿੰਗ ਹੀ ਹੈ ਇਕੱਲੀ, ਇਹਦੇ 'ਚ ਸਟੂਡੈਂਟ ਨੂੰ ਵੀ ਤਾਂ ਬਿਠਾਓ ਨਾ। ਤੇ ਉਸ ਟੀਚਰ ਦੇ ਨੂੰ ਸੌਂਪ ਦਿਓ, ਇਹਨੂੰ ਸਪੁਰਦ ਕਰ ਦਿਓ ਉਹਨੂੰ। ਤੋ ਇਸ ਕਰਕੇ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸ਼ਬਦ ਹੈ ਤੇ ਚੇਲਾ ਸੁਰਤ ਹੈ। ਤੋ ਇਹ ਸਾਰੇ ਜਿਹੜੇ ਬੋਲ ਨੇ ਗੁਰੂ ਅਰਜਨ ਸਾਹਿਬ ਤੱਕ ਪਹੁੰਚੇ। ਇਹ ਤਾਂ ਸਦੀਵੀ ਕਾਰਨ ਸੀ ਵੀ ਸਮੁੱਚੇ ਤੌਰ ਤੇ ਇਹ ਮਕਸਦ ਗੁਰੂ ਨਾਨਕ ਸਾਹਿਬ ਦਾ ਹੀ ਸੀ, ਪਰ ਕੁਝ ਵਕਤੀ ਕਾਰਨ ਵੀ ਬਣੇ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਫੈਸਲਾ ਲੈਣਾ ਪਿਆ ਵੀ ਹੁਣ ਸਾਰੀ ਬਾਣੀ ਇਕੱਤਰ ਕਰਨੀ ਹੈ। ਜਿਵੇਂ ਮੇਰੇ ਤੋਂ ਪਹਿਲਾਂ ਬਾਪੂ ਜੀ ਇਹ ਇਸ਼ਾਰਾ ਕਰਕੇ ਗਏ ਆ ਕਿ ਉਸ ਵਕਤ ਗੁਰੂ ਨਾਨਕ ਦੇ ਨਾਮ ਦੀ ਛਾਪ ਹੇਠ ਕਈ ਕੱਚੀਆਂ ਬਾਣੀਆਂ ਉਚਾਰਨ ਕਰਨ ਲੱਗ ਗਏ ਸੀ। ਤੇ ਸਾਡੇ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਮਿਲਦਾ, ਸਿੱਖਾਂ ਦੀ ਭਗਤ ਮਾਲਾ ਵਿੱਚ ਇੱਕ ਸਾਖੀ ਆਉਂਦੀ ਹੈ। ਕਹਿੰਦੇ ਨੇ ਵੀ ਇੱਕ ਦਿਨ ਕੀਰਤਨ ਹੋ ਰਿਹਾ ਹੈ ਤੇ ਕੁਝ ਸਿੱਖ ਕੀਰਤਨ ਦੇ ਵਿੱਚ ਨਾ ਮਿਹਰਬਾਨ ਜਿਹੜਾ ਮਤਲਬ ਉਸ ਵਕਤ ਕੱਚੀ ਬਾਣੀ ਉਚਾਰਦਾ ਹੈ, ਉਹਦੀ ਬਾਣੀ ਕੱਚੀ, ਗੁਰੂ ਨਹੀਂ ਹੈ ਉਹ, ਮਿਹਰਬਾਨ ਦੇ ਉਚਾਰੇ ਹੋਏ ਸ਼ਬਦਾਂ ਦਾ ਕੀਰਤਨ ਹੋ ਜਾਂਦਾ ਉੱਥੇ। ਗੁਰੂ ਸਾਹਿਬ ਨੇ ਰੋਕਿਆ ਵੀ ਭਾਈ ਇਹ ਕੀ ਕਰਦੇ ਪਏ, ਇਹ ਤਾਂ ਗੁਰਬਾਣੀ ਨਹੀਂ ਹੈ, ਇਹ ਤਾਂ ਕੱਚੀ ਬਾਣੀ ਹੈ। ਤੇ ਸਿੱਖਾਂ ਨੇ ਹੱਥ ਜੋੜੇ ਕਹਿਣ ਲੱਗੇ, ਮਹਾਰਾਜ ਇੱਥੇ ਤਾਂ ਰਲੇ ਬਹੁਤ ਪਾਏ ਜਾ ਰਹੇ ਆ, ਐਵੇਂ ਦੀਆਂ ਬਾਣੀਆਂ ਤਾਂ ਬੜੀਆਂ ਉਚਾਰਨ ਕੀਤੇ। ਅੱਜ ਵੀ ਤੁਸੀਂ ਦੇਖ ਲਓ ਸ਼ਬਦ ਨਾਨਕ ਲੱਗਾ ਹੈ ਤੇ ਅਸੀਂ ਪੜ੍ਹਦੇ ਫਿਰਦੇ ਹਾਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਥੋੜ੍ਹੀ ਹੈ। ਤੋ ਕਈ ਐਵੇਂ ਦੇ ਬੋਲ ਜਿਹੜੇ ਨਾਨਕ ਨਾਮ ਦੀ ਛਾਪ ਹੇਠ ਉਚਾਰਨ ਕਰ ਦਿੱਤੇ ਗਏ ਤੇ ਸਿੱਖਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਪਾਤਸ਼ਾਹ ਅਸੀਂ ਆਮ ਸਿੱਖ ਹਾਂ, ਠੀਕ ਹੈ। ਭਾਈ ਗੁਰਦਾਸ ਵਰਗੇ ਤਾਂ ਪਛਾਣ ਜਾਂਦੇ ਕਿਹੜੀ ਪੱਕੀ ਬਾਣੀ ਕਿਹੜੀ ਕੱਚੀ ਬਾਣੀ ਹੈ, ਕਿਉਂਕਿ ਪੁੱਛਿਆ ਵੀ ਸੀ ਗੁਰੂ ਸਾਹਿਬ ਨੂੰ, ਮਹਾਰਾਜ ਪਹਿਲਾਂ ਤਾਂ ਇਹ ਦੱਸੋ ਕਿ ਭਾਈ ਗੁਰਦਾਸ ਵਰਗੇ ਕਿਵੇਂ ਪਛਾਣ ਜਾਂਦੇ ਆ। ਤੇ ਗੁਰੂ ਸਾਹਿਬ ਨੇ ਉਦੋਂ ਜਵਾਬ ਦਿੱਤਾ ਸੀ ਬੜਾ ਕਮਾਲ ਦਾ। ਕਹਿੰਦੇ ਇੱਕ ਪਤਨੀ ਦਾ ਪਤੀ ਕਿਤੇ ਨਾਲ ਦੇ ਕਮਰੇ 'ਚ ਬੈਠਾ ਹੋਵੇ ਨਾ, ਤੇ ਹੋਰ ਵੀ ਕਈ ਮਰਦ ਬੈਠੇ ਆ, ਪਤੀ ਨਾਲ ਦੇ ਕਮਰੇ 'ਚ ਬੈਠਾ, ਹੋਰ ਮਰਦ ਬੈਠੇ ਤੇ ਗੱਲਾਂ ਕਰ ਰਹੇ ਆ, ਤੇ ਗੁਰੂ ਸਾਹਿਬ ਕਹਿੰਦੇ ਦੂਰ ਬੋਲਦੇ ਹੋਏ ਕਈ ਬੰਦਿਆਂ ਵਿੱਚੋਂ ਪਤਨੀ ਦੂਰ ਬੈਠੀ ਵੀ ਪਛਾਣ ਜਾਂਦੀ ਮੇਰੇ ਪਤੀ ਦੀ ਆਵਾਜ਼ ਕਿਹੜੀ ਹੈ, ਦੂਰੋਂ ਹੀ ਪਛਾਣ ਜਾਂਦੀ ਹੈ। ਤੇ ਜਿਹੜਾ ਸੱਚੀ ਆਪਣੇ ਖਸਮ ਗੁਰੂ ਨਾਲ ਜੁੜ ਗਿਆ ਨਾ, ਉਹ ਤਾਂ ਸਕਿੰਟਾਂ 'ਚ ਪਛਾਣ ਜਾਂਦਾ ਇਹ ਪੱਕੀ ਬਾਣੀ ਕਿ ਕੱਚੀ ਬਾਣੀ, ਕਿਹੜੀ ਮੇਰੇ ਖਸਮ ਦੀ ਬਾਣੀ ਆ ਤੇ ਕਿਹੜੀਆਂ ਕੱਚੀਆਂ ਬਾਣੀਆਂ, ਉਹ ਤਾਂ ਪਛਾਣ ਜਾਂਦਾ ਹੈ। ਪਰ ਉਹ ਵਿਰਲੇ ਜਨ ਹੈਨ, ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਉਹ ਵਿਰਲੇ ਹੁੰਦੇ ਨੇ, ਨਾਨਕ ਕੋਟਣ ਮੈਂ ਕਹੂੰ, ਉਹ ਕਰੋੜਾਂ 'ਚੋਂ ਕੋਈ ਇੱਕ ਅੱਧਾ ਹੁੰਦਾ ਹੈ। ਪਰ ਬਹੁਤੇ ਸਿੱਖ ਜਿਨ੍ਹਾਂ ਨੇ ਤਾਂ ਹਜੇ ਗੁਰਬਾਣੀ ਪੜ੍ਹ ਕੇ ਉਹ ਜੀਵਨ ਬਣਾਉਣਾ ਹੈ, ਜਿਨ੍ਹਾਂ ਨੇ ਤਾਂ ਹਜੇ ਉਹ ਖਸਮ ਨੂੰ ਧਾਰਨ, ਹਜੇ ਤਾਂ ਵਿਆਹ ਕਰਾਉਣਾ ਖਸਮ ਨਾਲ, ਤੇ ਫਿਰ ਉਹਨਾਂ ਵਾਸਤੇ ਉਹਨਾਂ ਨੇ ਹੱਥ ਬੰਨਿਆ, ਮਹਾਰਾਜ ਵੀ ਸਾਨੂੰ ਤਾਂ ਫਿਰ ਪਤਾ ਹੀ ਨਹੀਂ ਲੱਗਣਾ ਕਿਹੜੀ ਪੱਕੀ ਬਾਣੀ ਆ ਤੇ ਕਿਹੜੀ ਕੱਚੀ ਬਾਣੀ, ਸਾਡੇ ਵੀ ਦਿੱਤੇ ਦਾ ਵੀ ਤਾਂ ਰਹਿਮਤ ਕਰੋ ਨਾ ਫਿਰ। ਤੇ ਉਦੋਂ ਫਿਰ ਸਤਿਗੁਰਾਂ ਨੇ ਭਾਈ ਗੁਰਦਾਸ ਨੂੰ ਕਿਹਾ ਕਿ ਭਾਈ ਗੁਰਦਾਸ ਜੀ ਤਿਆਰੀਆਂ ਵੱਟੋ, ਹੁਣ ਸਾਰੀ ਬਾਣੀ ਨੂੰ ਤਰਤੀਬ ਦੇਣੀ ਹੈ। ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਗੁਰਦੁਆਰਾ ਰਾਮਸਰ ਸਾਹਿਬ ਦੇ ਦਰਸ਼ਨ ਕੀਤੇ ਅਸੀਂ ਸਾਰਿਆਂ ਨੇ ਕਿ ਨਹੀਂ ਕੀਤੇ ਹਜੇ ਤੱਕ? ਇਹ ਸਾਰੇ ਅਸਥਾਨ ਅਸੀਂ ਦਰਬਾਰ ਸਾਹਿਬ ਹੋ ਕੇ ਮੋੜ ਆਉਂਦੇ ਹਾਂ। ਮੈਂ ਬੇਨਤੀ ਕਰਾਂਗਾ ਉੱਥੇ ਜਿੰਨੇ ਵੀ ਅਸਥਾਨ ਹੈ ਨਾ, ਸਾਰਿਆਂ ਦੇ 5 ਸਰੋਵਰ ਦੱਸੇ ਜਾਂਦੇ, 5 ਸਰੋਵਰਾਂ ਦੇ ਦਰਸ਼ਨ ਕਰਕੇ ਆਓ। ਜੇ ਅਸੀਂ ਜਾਂਦੇ ਹਾਂ, ਹਰ ਇੱਕ ਇਤਿਹਾਸਕ ਪੱਖ ਉੱਥੇ ਜਾ ਕੇ ਮਹਿਸੂਸ ਕਰਿਆ ਕਰੋ। ਹੁਣ ਦੇਖੋ ਕਿਸੇ ਗੁਰਦੁਆਰੇ ਜਾਣ ਦੇ 2 ਢੰਗ ਨੇ। ਅਸੀਂ ਅਰਦਾਸ ਵਿੱਚ ਵੀ ਪੜ੍ਹਦੇ ਹਾਂ ਨਾ ਕਿ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹ ਗੁਰਦੁਆਰਿਆਂ ਦਾ ਧਿਆਨ ਕੇਵਲ ਬਿਲਡਿੰਗ ਦਾ ਧਿਆਨ ਨਹੀਂ ਕਰਨਾ ਹੁੰਦਾ। ਜਦੋਂ ਵੀ ਕਿਸੇ ਧਾਰਮਿਕ ਅਸਥਾਨ ਤੇ ਜਾਓ, ਉੱਥੇ ਜਾ ਕੇ ਮਹਿਸੂਸ ਕਰਿਆ ਕਰੋ
ਕਿ ਆਹੀ ਉਹ ਜਗ੍ਹਾ ਹੈ ਨਾ ਜਿੱਥੇ ਮੇਰਾ ਗੁਰੂ ਬੈਠਾ ਹੋਏਗਾ। ਤੇ ਉਹ ਔਰੇ ਜਿਹਨੂੰ ਅੱਖਾਂ ਬੰਦ ਕਰਕੇ ਨਾ, ਹੁਣ ਇਹਨੂੰ ਸ਼ਬਦਾਂ 'ਚ ਕਿਵੇਂ ਬਿਆਨ ਕਰੀਏ, ਮਹਿਸੂਸ ਕਰਿਆ ਕਰੋ। ਆਨੰਦਪੁਰ ਸਾਹਿਬ ਜਾਂਦੇ ਹਾਂ, ਕੇਸਗੜ੍ਹ ਸਾਹਿਬ, ਉੱਥੇ ਗੁਰੂ ਸਾਹਿਬ ਜੀ ਦਾ ਕੰਘਾ ਤੇ ਕੇਸ ਪਏ ਨੇ। ਤੇ ਜਦੋਂ ਉੱਥੇ ਜਾਈਦਾ ਨਾ, ਉੱਥੇ 2 ਮਿੰਟ ਖੜ ਕੇ ਯਤਨ ਕਰੀਦਾ ਸੁਰਤ ਨੂੰ ਲਿਜਾਣ ਦੇ ਵੀ ਗੁਰੂ ਸਾਹਿਬ ਨੇ ਕਿਵੇਂ ਕੇਸ ਵਾਹੇ ਹੋਣਗੇ, ਤੇ ਕਿਵੇਂ ਉਹ ਕੇਸ ਉਸ ਕੰਘੇ 'ਚ ਆਏ ਹੋਣਗੇ, ਤੇ ਕਿਵੇਂ ਉਹ ਮਹਾਰਾਜ, ਵੀ ਉਹ ਫੀਲ ਕਰਿਆ ਕਰੋ ਉਹਨਾਂ ਚੀਜ਼ਾਂ ਨੂੰ। ਤੇ ਇਹ ਵੇਖੋ ਇਹ ਅਵਸਥਾ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ। ਆ ਕੀਰਤਨ ਸਿੱਖਦੇ, ਤੁਸੀਂ ਵੀ ਸਿੱਖਦੇ ਹੋ, ਬੱਚੇ ਸਾਡੇ ਪਿੰਡ ਅਕੈਡਮੀ 'ਚ ਵੀ ਸਿੱਖਦੇ ਆ, ਉਹਨਾਂ ਨੂੰ ਵਾਰ-ਵਾਰ ਇਹ ਬੇਨਤੀਆਂ ਕਰੀਦੀਆਂ, ਕੀਰਤਨ ਕਰਦੇ ਹੋ ਨਾ ਫੀਲਿੰਗ ਲਿਆਇਆ ਕਰੋ। ਉਹ ਜਿਹੜਾ ਸ਼ਬਦ ਪੜ੍ਹਦੇ ਪਏ ਹੋ, ਪੜ੍ਹਿਆ ਜੇ ਸਤਿਗੁਰ ਆਇਓ ਸ਼ਰਨ ਤੁਹਾਰੀ, ਕਿ ਉਹ ਅੰਦਰ ਦੀ ਪਿਆਸ ਹੈਗੀ ਆ ਵੀ ਮਹਾਰਾਜ ਮੈਂ ਤੇਰੇ ਚਰਨਾਂ ਤੇ ਡਿੱਗਾ। ਪੜ੍ਹਦੇ ਆ ਇਹ ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲੇਹੋ ਉਬਾਰੀ, ਇਹ ਸਤਿਗੁਰੂ ਮੇਰਾ ਲੇਖਾ ਮਾਫ ਕਰ ਦੀ। ਇਹ ਭਾਵਨਾ ਆਉਂਦੀ ਹੈ। ਔਰ ਆਮ ਤੌਰ 'ਤੇ ਅਸੀਂ ਤਾਂ ਇਹ ਗੱਲਾਂ ਕਰਦੇ ਹਾਂ ਵੀ ਰੱਬਾ ਮੇਰੇ ਨਾਲ ਇਨਸਾਫ ਕਰੀ, ਉਹਨੇ ਮੇਰੇ ਨਾਲ ਮਾੜਾ ਕੀਤਾ ਦਿਖਾ ਦਈ ਉਹਨੂੰ ਕਿ ਮਾੜੇ ਦਾ ਕੀ ਨਤੀਜਾ ਹੁੰਦਾ, ਮਾੜਾ ਤਾਂ ਫਿਰ ਮੈਂ ਵੀ ਕੀਤਾ ਹੋਏਗਾ। ਇਸੇ ਕਰਕੇ ਕਈ ਗੁਰਮੁਖ ਜਨ ਕਦੀ ਨਹੀਂ ਇਹ ਕਹਿੰਦੇ ਵੀ ਰੱਬਾ ਇਨਸਾਫ ਕਰੀ, ਉਹ ਤਾਂ ਹੱਥ ਬੰਨ੍ਹ ਕੇ ਕਹਿੰਦੇ ਰੱਬਾ ਤੂੰ ਇਨਸਾਫ ਨਾ ਕਰੀ। ਹੁਣ ਕਮਾਲ ਦੀ ਗੱਲ, ਕਹਿੰਦੇ ਰੱਬ ਜੀ ਇਨਸਾਫ ਨਾ ਕਰਿਓ, ਕਿਉਂਕਿ ਜੇ ਤੁਸੀਂ ਇਨਸਾਫ ਕਰਤਾ ਨਾ ਫਿਰ ਤਾਂ ਮੇਰੇ ਲੇਖਿਆਂ ਦਾ ਵੀ ਇਨਸਾਫ ਹੋਣਾ ਹੈ, ਫਿਰ ਤਾਂ ਮੈਨੂੰ ਵੀ ਬਰਾਬਰ ਦੀ ਸਜ਼ਾ ਮਿਲਣੀ ਆ। ਪਰ ਸਤਿਗੁਰੂ ਤੁਸੀਂ ਤਰਸ ਹੀ ਕਰਿਓ, ਤੁਸੀਂ ਮਾਫ ਹੀ ਕਰ ਦਿਓ ਸਾਨੂੰ, ਕਿਉਂਕਿ ਅਸੀਂ ਲੇਖਿਆਂ ਤੇ ਪੂਰਾ ਨਹੀਂ ਉਤਰ ਸਕਣਾ, ਕਿਉਂਕਿ ਜਿੰਨੇ ਸਾਡੇ ਗੁਨਾਹ ਹੈ ਉਹਨੇ ਗੁਣ ਨਹੀਂ ਹੈਗੇ। ਉਹ ਫੀਲਿੰਗ ਲੈ ਕੇ ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲੇਹੋ ਉਬਾਰੀ। ਤੋਂ ਖੈਰ ਗੁਰਦੁਆਰਾ ਰਾਮਸਰ ਸਾਹਿਬ ਜਾ ਕੇ ਦਰਸ਼ਨ ਕਰਿਓ। ਉਹ ਜਗ੍ਹਾ ਇੱਕ ਰਮਣੀਕ ਜਗ੍ਹਾ ਜੋ ਕਿ ਚੁਣੀ, ਮਹਾਰਾਜ ਨੂੰ ਕੋਈ ਸ਼ਾਂਤੀ ਦਾ ਮਾਹੌਲ ਚਾਹੀਦਾ ਸੀ। ਹਾਲਾਂਕਿ ਹਰਿਮੰਦਰ ਸਾਹਿਬ ਉਦੋਂ ਸਿਰਜ ਚੁੱਕੇ ਨੇ, ਹਰਿਮੰਦਰ ਸਾਹਿਬ ਤੋਂ ਰਮਣੀਕ ਜਗ੍ਹਾ ਕੋਈ ਨਹੀਂ ਸੀ ਹੋ ਸਕਦੀ, ਪਰ ਉੱਥੇ ਸੰਗਤ ਦਾ ਆਉਣਾ ਜਾਣਾ ਸੀ। ਇਸ ਕਰਕੇ ਮਹਾਰਾਜ ਨੇ ਉੱਥੇ ਬਾਬਾ ਬੁੱਢਾ ਸਾਹਿਬ ਦੀ ਡਿਊਟੀ ਲਾਈ ਵੀ ਤੁਸੀਂ ਸਾਂਭੋ ਇੱਥੋਂ ਦੇ ਪ੍ਰਬੰਧ, ਤੇ ਚੱਲੋ ਭਾਈ ਗੁਰਦਾਸ ਜੀ ਚੁੱਕੋ ਸਮੱਗਰੀ। ਤੇ ਗੁਰਦੁਆਰਾ ਰਾਮਸਰ ਸਾਹਿਬ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ, ਉੱਥੇ ਰਮਣੀਕ ਥਾਂ ਚੁਣੀ, ਬੜੀ ਸੋਹਣੀ ਕੁਦਰਤ ਦਾ ਮਾਹੌਲ ਸੀ, ਉੱਥੇ ਪੇੜ ਪੌਦੇ ਸੀ, ਬੜੀ ਸ਼ਾਂਤੀ ਵਾਲੀ ਜਗ੍ਹਾ ਸੀ। ਉਸ ਜਗ੍ਹਾ ਤੇ ਮਹਾਰਾਜ ਬੈਠੇ ਹੈ ਤੇ ਆਪਣੇ ਕੰਠ ਤੋਂ ਸਾਰੀ ਬਾਣੀ ਜਿਹੜੀ ਆ ਉਹਨੂੰ ਤਰਤੀਬ ਵਾਈਜ਼ ਉਚਾਰਨ ਕਰਦੇ ਆ। ਤੇ ਭਾਈ ਗੁਰਦਾਸ ਜੀ ਲਿਖਦੇ ਆ, ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਉਹ ਸਾਰੀ ਬਾਣੀ ਲਿਖਦੇ ਪਏ ਆ। ਔਰ ਇਸ ਪ੍ਰਕਾਰ ਜਿਹੜਾ ਹੈ ਉਹ ਪੂਰਾ ਪੋਥੀ ਸਾਹਿਬ ਤਿਆਰ ਕੀਤਾ ਗਿਆ, ਕਿਉਂਕਿ ਉਸ ਵਕਤ ਪੋਥੀ ਸਾਹਿਬ ਹੀ ਕਹਿੰਦੇ ਸਨ। ਹਜੇ ਗੁਰਿਆਈ ਗੁਰੂ ਗੋਬਿੰਦ ਸਿੰਘ ਜੀ ਨੇ ਦੇਣੀ ਹੈ, ਪਰ ਮਕਸਦ ਪਹਿਲਾਂ ਹੀ ਇਹ ਹੈ। ਪੋਥੀ ਸਾਹਿਬ ਤਿਆਰ ਹੋਇਆ, ਤੇ ਇੱਥੇ ਥੋੜ੍ਹਾ ਜਿਹਾ ਇਹਨਾਂ ਗੱਲਾਂ ਨੂੰ ਖਿਆਲ ਕਰਿਓ। ਪੋਥੀ ਸਾਹਿਬ ਤਿਆਰ ਕੀਤਾ ਹੈ, ਤੇ ਜਦੋਂ ਉਹ ਗ੍ਰੰਥ ਪਾਵਨ ਗ੍ਰੰਥ ਤਿਆਰ ਹੁੰਦਾ ਪਿਆ, ਤੇ ਸਤਿਗੁਰਾਂ ਨੇ ਪੂਰੇ ਫਿਲਟਰ ਲਾਏ ਹੈ ਵੀ ਕਿਹੜੇ ਕਿਹੜੇ ਬੋਲ ਦਰਜ ਕਰਨੇ ਆ। ਇਹ ਧਿਆਨ ਰੱਖਿਓ। ਮਹਾਰਾਜ ਨੇ ਕਿਹਾ ਨਾ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਮਾਂ ਆਪਣੇ ਬੱਚੇ ਨੂੰ ਭੋਜਨ ਦਿੰਦੀ ਹੈ ਨਾ, ਪੂਰਾ ਖਿਆਲ ਕਰਦੀ ਵੀ ਕਿਤੇ ਮੇਰੇ ਪੁੱਤ ਤੋਂ ਕੁਝ ਗਲਤ ਨਾ ਖਾਧਾ ਜਾਵੇ। ਸਾਡੇ ਗੁਰੂ ਮਾਂ ਨੇ ਕਿੰਨੀ ਪਰਵਾਹ ਕੀਤੀ ਸਾਡੀ, ਉਹਨਾਂ ਨੇ ਪੂਰੇ ਫਿਲਟਰ ਲਾ ਕੇ ਪੂਰਾ ਘੋਖ ਕਰਕੇ ਵੀ ਉਹ ਬੋਲ ਜਿਹੜੇ ਨਰੋਲ ਰੱਬ ਦੇ ਨੇ। ਹੁਣ ਇਹ ਧਿਆਨ ਰੱਖਿਓ ਕਿੰਨਾ ਦੇ ਬੋਲ, ਥੋੜ੍ਹਾ ਜਿਹਾ ਮੈਂ ਇੱਥੇ ਰੁਕਣਾ ਚਾਹੁੰਦਾ, ਫਿਰ ਆਪਾਂ ਪ੍ਰਕਾਸ਼ ਤੱਕ ਪਹੁੰਚਾਂਗੇ। ਕਿੰਨਾ ਦੇ ਬੋਲ ਦਰਜ ਹੋਏ ਸਾਨੂੰ ਇਹ ਪਤਾ ਹੋਣਾ ਚਾਹੀਦਾ, ਕਿਉਂਕਿ ਅਕਸਰ ਜਦੋਂ ਕਥਾ ਕਰਦੇ ਆ ਨਾ, ਕਈਆਂ ਦੇ ਸਵਾਲ ਹੋ ਜਾਂਦੇ ਆ ਵੀ ਗੁਰੂ ਸਾਹਿਬਾਨਾਂ ਦੇ ਸਮੇਂ ਤਾਂ ਹੋਰ ਵੀ ਕਈ ਐਸੇ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ, ਮੀਰਾ ਬਾਈ ਦਾ ਜ਼ਿਕਰ ਆਉਂਦਾ, ਹੋਰ ਵੀ ਕਈਆਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਬੋਲ ਉਚਾਰਨ ਕੀਤੇ, ਉਹਨਾਂ ਦੇ ਬੋਲ ਦਰਜ ਕਿਉਂ ਨਹੀਂ ਕਰ ਦਿੱਤੇ ਗਏ। ਤੋ ਇਹ ਵੱਖ-ਵੱਖ ਪੱਖ ਆਪਾਂ ਸਮਝਣ ਦਾ ਯਤਨ ਕਰਨਾ। ਸਭ ਤੋਂ ਪਹਿਲਾਂ ਇਹ ਗੱਲ ਸਮਝਿਓ ਕਿ ਗੁਰਬਾਣੀ ਦੇ ਵਿੱਚ ਉਹੀ ਬੋਲ ਦਰਜ ਹੋਏ ਜਿਹੜੇ ਬੋਲ ਸੱਚ ਦੀ ਕਸਵੱਟੀ ਤੇ ਖਰੇ ਉਤਰਦੇ ਸੀ। ਕਿੰਨੇ ਲੋਕ ਆਏ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਮਹਾਰਾਜ ਸਾਡੇ ਬੋਲ ਵੀ ਦਰਜ ਕਰੋ, ਸਾਡੇ ਬੋਲ ਵੀ ਦਰਜ ਕਰੋ। ਚਲੋ ਸਾਡੇ ਇਤਿਹਾਸ ਦੀ ਪਕੜ ਵਿੱਚ 4 ਅਖੌਤੀ ਭਗਤਾਂ ਦਾ ਜ਼ਿਕਰ ਆਇਆ ਵੀ 4 ਅਖੌਤੀ ਭਗਤ ਆਏ ਤੇ ਆ ਕੇ ਕਹਿਣ ਲੱਗੇ ਪਾਤਸ਼ਾਹ ਸਾਡੇ ਬੋਲ ਦਰਜ ਕਰੋ। ਉਹ 4 ਭਗਤਾਂ ਅਖੌਤੀ ਭਗਤਾਂ ਦਾ ਨਾਮ ਆਉਂਦਾ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਇਹ 4 ਜਣੇ ਆਏ। ਗੁਰੂ ਸਾਹਿਬ ਕਹਿੰਦੇ ਤੁਸੀਂ ਬਚਨ ਦਰਜ ਕਰਾਉਣਾ ਚਾਹੁੰਦੇ ਹੋ, ਸੁਣਾਓ, ਜੇ ਸੱਚ ਤੇ ਖਰੇ ਉਤਰਦੇ ਹੋਏ ਦਰਜ ਕਰ ਦਾਂਗੇ, ਸਾਨੂੰ ਕੀ ਦਿੱਕਤ ਹੈ, ਅਸੀਂ ਤਾਂ ਹੋਰ ਵੀ ਭਗਤਾਂ ਦੇ ਦਰਜ ਕੀਤੇ ਆ। ਪਰ ਜੇ ਸੱਚ ਦੇ ਕਸਵੱਟੀ ਤੇ ਖਰੇ ਨਾ ਉਤਰਦੇ ਹੋਏ ਫਿਰ ਇਹ ਬੋਲ ਦਰਜ ਨਹੀਂ ਹੋਣੇ। ਕਾਨਾ ਕਹਿੰਦਾ ਤੁਸੀਂ ਸੁਣੋ ਤਾਂ ਸਹੀ। ਕਾਨੇ ਨੇ ਸੁਣਾਇਆ ਤੇ ਉਹਨੇ ਬੋਲ ਕੇ ਸੁਣਾਇਆ, ਉਹੀ ਰੇ ਮੈਂ ਉਹੀ ਰੇ, ਜਾ ਕੋ ਨਾਰਦ ਸਾਰਦ ਸੇਵਹਿ ਸੇਵੇ ਦੇਵੀ ਦੇਵਾਰੇ, ਬ੍ਰਹਮਾ ਬਿਸ਼ਨ ਮਹੇਸ਼ ਅਰਾਧੇ ਸਭ ਕਰਦੇ ਜਾ ਕੀ ਸੇਵਾਰੇ।
ਭਗਤ ਕਾਨਾ ਕਹਿੰਦਾ ਵੀ ਮੈਂ ਉਹੀ ਆ ਜਿਹਨੂੰ ਵੱਡੇ ਵੱਡੇ ਗ੍ਰੰਥ ਵੀ ਪੂਜਦੇ ਆ, ਜਿਹਦੀ ਸਿਫਤ ਵੱਡੇ ਵੱਡੇ ਵੇਦਾਂ ਵਰਗੇ ਗ੍ਰੰਥ ਵੀ ਕਰਦੇ ਆ। ਮੈਂ ਉਹੀ ਆ ਜਿਹਨੂੰ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵੀ ਗਾਉਂਦੇ ਪਏ ਆ। ਮੈਂ ਉਹੀ ਆ ਜਿਹਨੂੰ ਪੂਰਾ ਜਗਤ ਪੂਜਦਾ ਪਿਆ ਹੈ। ਤੇ ਸਤਿਗੁਰਾਂ ਨੇ ਉੱਥੇ ਹੀ ਟੋਕ ਦਿੱਤਾ, ਕਾਨਾ ਜੀ ਚੁੱਪ ਹੋ ਜਾਓ, ਇਹ ਬੋਲ ਦਰਜ ਨਹੀਂ ਹੋ ਸਕਦੇ, ਕਿਉਂਕਿ ਸਿੱਖਾਂ ਨੇ ਤਾਂ ਬਾਣੀ ਪੜ੍ਹ ਕੇ ਹੰਕਾਰ ਨੂੰ ਚਕਨਾਚੂਰ ਕਰਨਾ ਹੈ, ਤੇ ਤੁਹਾਡੇ ਬੋਲ ਹੀ ਨਰੋਲ ਹੰਕਾਰ ਦਾ ਰੂਪ ਨੇ। ਇਹ ਪੜ੍ਹ ਕੇ ਹੰਕਾਰ ਕਿਵੇਂ ਦੂਰ ਹੋਏਗਾ? ਮਹਾਰਾਜ ਕਹਿੰਦੇ ਇਹ ਸੱਚ ਨਹੀਂ ਹੈ। ਸੱਚ ਤਾਂ ਬੋਲ ਕੇ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਸੱਚ ਤਾਂ ਕਹਿੰਦਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸੱਚ ਤਾਂ ਬੋਲ ਕੇ ਕਹਿੰਦਾ ਗਰੀਬੀ ਗਦਾ ਹਮਾਰੀ, ਖੰਨਾ ਰੇਨ ਸਗਲ ਛਾਰੀ, ਇਸ ਆਗੇ ਕੋ ਨਾ ਟਿਕੈ ਵਕਾਰੀ। ਸੱਚ ਤਾਂ ਬੋਲ ਕੇ ਕਹਿੰਦਾ ਹਮ ਮੈਲੇ ਤੁਮ ਉਜਲ ਕਰਤੇ। ਆਹ ਸ਼ਬਦ ਪੜ੍ਹ ਕੇ ਨਾ ਮੈਂ ਕਈ ਵਾਰੀ ਸੋਚਦਾ ਹੁੰਦਾ ਹੈ, ਦੁਨੀਆ ਦਾ ਸਭ ਤੋਂ ਪਵਿੱਤਰ ਪੁਰਸ਼ ਆਪਣੇ ਆਪ ਨੂੰ ਮੈਲਾ ਆਖਦਾ ਪਿਆ ਜੇ। ਤਾਂ ਹੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਕਿਹਾ ਨਾ ਵੀ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਜਿਹੜਾ ਮਨੁੱਖ ਇਹ ਭਰਮ ਪਾਲ ਬੈਠਣਾ ਵੀ ਮੈਂ ਸਭ ਤੋਂ ਹੀ ਭਲਾ ਹੈ, ਮਹਾਰਾਜ ਕਹਿੰਦੇ ਭਲਾਈ ਤਾਂ ਉਹਦੇ ਨੇੜੇ ਵੀ ਨਹੀਂ ਢੁਕਦੀ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਪਰ ਨਾਲ ਮਹਾਰਾਜ ਨੇ ਕਿਹਾ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜਾ ਇਹ ਕਵੇ ਵੀ ਹਮ ਮੈਲੇ ਤੁਮ ਉਜਲ ਕਰਤੇ, ਉਹ ਉੱਚਾ ਹੈ। ਔਰ ਅੰਦਰੋਂ ਅਹਿਸਾਸ ਕਰਨ ਲਈ, ਕਿਉਂਕਿ ਮੈਂ ਇੱਥੇ ਵੀ ਜ਼ਿਕਰ ਕਰਦਿਆਂ ਕਈ ਵਾਰੀ ਨਾ ਮੇਰੇ ਵਰਗੇ ਗੱਲਾਂ ਤਾਂ ਕਰਦੇ ਰਹਿੰਦੇ ਆ, ਦਾਸ ਹਾਂ ਜੀ ਮੈਂ, ਦਾਸ ਹਾਂ ਜੀ ਮੈਂ, ਵੀ ਮਿਰਚ ਬੜੇ ਔਗਣ ਆ ਦਿਖਾਉਣ ਵਾਸਤੇ। ਤੇ ਕਈ ਵਾਰੀ ਅਸੀਂ ਨਿਮਰਤਾ ਦੇ ਬੋਲ ਵੀ ਇਸ ਭਾਵ 'ਚ ਹੀ ਕਹਿੰਦੇ ਪਏ ਆ ਵੀ ਅਗਲਾ ਬੰਦਾ ਮੰਨ ਜੇ ਵੀ ਮੇਰੇ 'ਚ ਬੜੀ ਨਿਮਰਤਾ ਤੇ ਮੇਰੀ ਰਿਸਪੈਕਟ ਕਰੇ ਥੋੜ੍ਹੀ ਬਹੁਤ। ਅਸੀਂ ਨਿਮਰਤਾ ਦੇ ਬੋਲ ਵੀ ਹੰਕਾਰ 'ਚ ਹੀ ਆਖਦੇ ਪਏ ਆ ਵੀ ਮੇਰੀ ਉਹ ਰਿਸਪੈਕਟ ਬਣੇ। ਤਾਂ ਹੀ ਮਹਾਰਾਜ ਨੇ ਕਿਹਾ ਹੈ ਕਿ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੈ। ਅਪਰਾਧੀ ਮਨੁੱਖ ਦੁੱਗਣਾ ਝੁਕਦਾ ਜੇ, ਪਰ ਸ਼ਿਕਾਰੀ ਇਸ ਕਰਕੇ ਨਹੀਂ ਝੁਕਦਾ ਵੀ ਉਹਦੇ 'ਚ ਨਿਮਰਤਾ ਆ ਗਈ। ਸ਼ਿਕਾਰੀ ਝੁਕਦਾ ਸ਼ਿਕਾਰ ਕਰਨ ਵਾਸਤੇ ਵੀ ਮੇਰਾ ਸ਼ਿਕਾਰ ਨਿਸ਼ਾਨਾ ਸਹੀ ਲੱਗ ਜੇ। ਤੇ ਕਈ ਜਿਹੜੇ ਅੰਦਰੋਂ ਸ਼ਿਕਾਰੀ ਬਿਰਤੀ ਵਾਲੇ ਆ ਨਾ, ਜਿਹੜੇ ਲੋਕਾਂ ਨੂੰ ਆਪਦੇ ਪ੍ਰਭਾਵ 'ਚ ਹੀ ਪਾਉਣਾ ਚਾਹੁੰਦੇ ਆ, ਉਹ ਕਈ ਵਾਰੀ ਇਹ ਸ਼ਿਕਾਰ ਕਰਨਾ ਹੀ ਚਾਹੁੰਦੇ ਹੁੰਦੇ ਆ ਵੀ ਲੋਕ ਮੇਰੇ ਸ਼ਬਦਾਂ ਦੇ ਸ਼ਿਕਾਰ ਹੋ ਜਾਣ ਬਸ। ਤੋ ਬਾਹਰੀ ਭੇਖ ਨਾਲ ਨਹੀਂ, ਅੰਦਰੋਂ ਸੱਚ ਤਾਂ ਅੰਦਰੋਂ ਬੋਲ ਕੇ ਕਹਿੰਦਾ ਹੈ ਹਮ ਮਹਿਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਦੁਨੀਆ ਦਾ ਸਭ ਤੋਂ ਸਿਆਣਾ ਪੁਰਸ਼ ਆਪਣੇ ਆਪ ਨੂੰ ਮੂਰਖ ਦੱਸਦਾ ਪਿਆ। ਧੰਨ ਗੁਰੂ ਅਰਜਨ ਸਾਹਿਬ। ਤੋ ਮਹਾਰਾਜ ਕਹਿੰਦੇ ਸੱਚ ਤਾਂ ਆਹ ਬੋਲ ਕੇ ਕਹਿੰਦਾ ਹੈ। ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ, ਉਹ ਤਾਂ ਬੋਲ ਕੇ ਕਹਿੰਦੇ ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਉਹ ਤਾਂ ਆਪਣੇ ਆਪ ਨੂੰ ਖਾਕ ਸਮਝਦੇ ਪਏ ਨੇ, ਮਿੱਟੀ ਸਮਝਦੇ ਪਏ ਨੇ। ਕਾਨਾ ਜੀ ਤੁਹਾਡਾ ਬੋਲ ਸੱਚ ਨਹੀਂ ਹੈ, ਇਹ ਦਰਜ ਨਹੀਂ ਹੋ ਸਕਦਾ। ਤੇ ਤੁਸੀਂ ਦੇਖੋ ਕਿੰਨੇ ਪਰਉਪਕਾਰੀ ਨੇ ਸਾਡੇ ਸਤਿਗੁਰੂ, ਤੇ ਕਿਵੇਂ ਅਸੀਂ ਉਹਨਾਂ ਦੇ ਅਹਿਸਾਨ ਚੁਕਾ ਸਕਦੇ ਹਾਂ। ਤੁਹਾਨੂੰ ਸ਼ਾਇਦ ਪਤਾ ਹੋਵੇ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਏ ਤੇ ਸਾਡੇ ਇਤਿਹਾਸਕਾਰਾਂ ਨੇ ਉਹਨਾਂ ਦੀ ਸ਼ਹੀਦੀ ਦੇ ਤਕਰੀਬਨ 10 ਕਾਰਨ ਲਿਖੇ ਆ। ਅਸੀਂ ਤਾਂ ਇੱਕ ਅੱਧਾ ਸੁਣਾ ਕੇ ਕਈ ਵਾਰੀ ਸੰਤੁਸ਼ਟ ਹੋ ਜਾਂਦੇ ਹਾਂ ਜੀ ਚੰਦੂ ਵਾਲੀ ਗੱਲ ਕਰਕੇ, ਪਰ ਤਕਰੀਬਨ 10 ਕਾਰਨ ਉਹਨਾਂ ਦੇ ਸ਼ਹੀਦੀ ਦੇ। ਤੇ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਭਗਤ ਕਾਨੇ ਵਾਲਾ, ਕਿਉਂਕਿ ਕਾਨਾ ਕਹਿੰਦਾ ਸੀ ਜੇ ਮੇਰੇ ਬੋਲ ਦਰਜ ਨਾ ਕੀਤੇ ਨਾ ਮੈਂ ਵੇਖ ਲੂੰਗਾ। ਫਿਰ ਗੁਰੂ ਸਾਹਿਬ ਕਹਿੰਦੇ ਵੇਖ ਲਿਓ ਫਿਰ, ਪਰ ਬੋਲ ਦਰਜ ਨਹੀਂ ਹੋਣੇ। ਤੋ ਭਗਤ ਕਾਨਾ ਇਸ ਮਨਸਾ ਨਾਲ ਜਾਂਦਾ ਵੀ ਹੁਣ ਮੈਂ ਗੁਰੂ ਅਰਜਨ ਸਾਹਿਬ ਜੀ ਦੀ ਖਿਲਾਫਤ ਕਰਨੀ ਹੈ, ਇਹਨਾਂ ਦੀ ਵਿਰੋਧਤਾ ਕਰਨੀ ਹੈ। ਪਰ ਚਲੋ ਰਸਤੇ 'ਚ ਐਕਸੀਡੈਂਟ ਹੋਇਆ, ਮਰ ਗਿਆ। ਪਰ ਜਿਹੜਾ ਉਹ ਫਿਰ ਉਹ ਜਿਹੜਾ ਦੋਸ਼ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਤੇ ਲਗਾਇਆ ਗਿਆ। ਤੇ ਭਗਤ ਕਾਨੇ ਨੂੰ ਕਾਰਨ ਬਣਾ ਕੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਇੱਕ ਕਾਰਨ ਇਹ ਵੀ ਬਣਿਆ। ਤੁਸੀਂ ਵੇਖੋ ਇਹ ਸੱਚ ਨੂੰ ਸਾਡੇ ਸਾਹਮਣੇ ਲਿਆਉਣ ਵਾਸਤੇ ਮੇਰਾ ਪਾਤਸ਼ਾਹ ਤੱਤੀਆਂ ਤਵੀਆਂ ਤੇ ਵੀ ਬਹਿ ਗਿਆ। ਉਹ ਤੱਤੀਆਂ ਤਵੀਆਂ ਤੇ ਵੀ ਬਹਿ ਗਏ। ਤੇ ਮੈਂ ਕਹਾਂ ਮੇਰੇ ਤੋਂ ਚੌਂਕੜਾ ਮਾਰ ਕੇ ਨਹੀਂ ਬੈਠਾ ਜਾਂਦਾ, ਬੜੀ ਮਾੜੀ ਗੱਲ ਹੈ ਨਾ। ਫਿਰ ਮੇਰੇ ਤੋਂ ਤਾਂ ਗੁਟਕਾ ਸਾਹਿਬ ਨਹੀਂ ਫੜਿਆ ਜਾਂਦਾ। ਉਹ ਇਹ ਸੱਚ ਨੂੰ ਸਾਡੇ ਸਾਹਮਣੇ ਲਿਆਉਣ ਵਾਸਤੇ ਤੱਤੀਆਂ ਤਵੀਆਂ ਤੇ ਵੀ ਬਹਿ ਜਾਂਦੇ ਨੇ। ਤੇ ਘੱਟੋ ਘੱਟ ਸਾਡਾ ਇੰਨਾ ਤਾਂ ਫਰਜ਼ ਬਣਦਾ ਹੀ ਆ ਨਾ ਵੀ ਉਹਨਾਂ ਨਿਤਨੇਮ ਦੀਆਂ ਬਾਣੀਆਂ ਦਾ ਤਾਂ ਪਾਠ ਕਰੀਏ ਨਾ। ਹੋਰ ਨਹੀਂ ਤੇ ਸਹਿਜ ਪਾਠ ਦੇ 1-2 ਅੰਗ ਤਾਂ ਰੋਜ਼ ਕਰੀਏ ਹੀ ਨਾ। ਤੋ ਖੈਰ ਭਗਤ ਕਾਨੇ ਦੇ ਬੋਲ ਦਰਜ ਨਹੀਂ ਹੋਏ। ਤੇ ਫਿਰ ਅਗਲਾ ਆ ਗਿਆ ਛੱਜੂ, ਕਹਿੰਦਾ ਚਲੋ ਕਾਨੇ ਦੇ ਬੋਲ ਸੱਚੇ ਨਹੀਂ ਹੋ ਸਕਦੇ, ਮੇਰੇ ਤਾਂ ਸੱਚੇ ਆ, ਮੇਰੇ ਦਰਜ ਕਰ ਦਿਓ। ਮਹਾਰਾਜ ਕਹਿੰਦੇ ਸੁਣਾਓ। ਛੱਜੂ ਨੇ ਬੋਲ ਕੇ ਸੁਣਾਇਆ ਕਾਗਦ ਸੰਧੀ ਪੂਤਲੀ
ਤਉ ਨਾ ਤ੍ਰਿਆ ਨਿਹਾਰ, यूं ही मार लजावही यथा बलोचन धार। कहण तो भाव सी कि एक इस्त्री कागज की बनी होया भी बुत भी होवे ना इस्त्री दा, ਉਹਦੇ भी नेड़े ना जाओ, ਉਹਨੂੰ भी ना देखियो, ਉਹਦੇ तो भी दूर भज जिओ। गुरु साहब कहते नहीं भाई ये भी बोल सच दे नहीं है, ये भी दर्ज नहीं हो सकते, क्योंकि ये विच नरोल इस्त्री का अपमान है। अपमानजनक इस्त्री के बारे अपमानजनक शब्द असी दर्ज नहीं कर सकते, क्योंकि सच तो बोल के कहता है, सो क्यों मंदा आखिए जित जम्मै राजान। महाराज कहते तुसी कहते हो भी कागज की बनी हुई औरत तो भी दूर भज जाना है, साडे गुरु ने सानू भगौड़े नहीं बनाया, सच भगौड़ा नहीं बनाउंदा। महाराज कहते जे कुछ कंट्रोल करना है तो अपनी काम वासना नूं कंट्रोल कर, अपने अखां तो काम का पर्दा ला दे, तो जे अखां तो काम का पर्दा ला लिया ना, फिर इस्त्री तो भज्जण दी दूर नहीं पैना, उत्थे लोड़ नहीं पैनी इस्त्री तो भज्जण दी। फिर तो उत्थे भैणां कोल बैठ के भी कहेगा देख पराइयां चंगियां मावां भैणां धीआं जाने। हुण देखो कमाल दी गल, महाराज भाई गुरदास दा बचन आ, वो कहंदे देख पराइयां चंगियां। हुण देख दा मतलब ये नहीं भी असीं स्पैशल गलियां च मोटरसाइकिलां ते गेड़ियां मारनियां देखण, नहीं नहीं, इस तरह नहीं। कहण तो भाव की है, क्योंकि अज देखो सानू भैणां नाल काम भी करना पै सकदा है। एक इस्त्री साडी मैनेजर हो सकती है, इस्त्री साडी टीचर हो सकती है, इस्त्री साडे नाल काम करन वाले हो सकते आ। हुण ये थोड़ा है भी असीं भज जाइए। महाराज कहंदे कोई गल नहीं, विचर रहा है, पर हाँ ये ध्यान रखी कि उन्होंने मावां भैणां ते धीआं करके जानना है, वासना नाल नहीं देखना। तो महाराज कहंदे सच तां इह कहंदा पिया है, इस करके तुहाडे बोल भी सच ते खरे नहीं उतरदे, नहीं दर्ज हो सकते। छज्जू पिछे हो गया, पीलू आ गया, कह लगा मेरे बोल दर्ज करो, तो पीलू कहंदा, पीलू बोल के सुनाउंदा है, तो पीलू ने सुनाया, कहंदा पीलू असां नालों से भले जमदियां जो मुए, उन्हीं चिक्कड़ पावक बौड़िया ना अलूद पए। कहंदे भी साडे नालों तां उही चंगे आ जिहड़े जमदियां मर गए जां जम्मण तो पहलां ही मर गए, गर्भ च ही मर गए। गुरु साहब कहंदे ये गल क्यों? वो कहंदा महाराज इस करके भी घट्टो घट्ट आ संसार चिक्कड़ च पैर तां नहीं ना पाया, ये संसार चिक्कड़ तो तां बच गए ना। महाराज कहंदे नहीं भाई ये भी बोल सच दे नहीं हैगे। क्यों? क्योंकि इत्थे तां कहा जांदा भई प्राप्त मानख दे हुरिया गोबिंद मिलन की है तेरी बरिया। इत्थे सानू भज्जण दीआं गल्लां नहीं कीतियां, इत्थे तां साडे सच ने कमल दे फुੱਲ बनाया जिहड़ा चिक्कड़ च रह के भी खिड़दा। ठीक है संसार चिक्कड़ है, पर चिक्कड़ च रह के भी असीं कमल वांगू खिड़ना है, आ सच कहंदा है। ब्रह्म ज्ञानी सदा निर्लेप जैसे जल में कमल अलेप, आ सच कहंदा है। इस करके महाराज कहंदे ये भी बोल दर्ज नहीं हो सकते। शाह हुसैन आ गया ते उन्हें बोल के सुनाया, चुप वे अड़िया, चुप वे अड़िया, बोलन दी न जाए वे अड़िया, चुप हो जो। तो गुरु साहब ने कहा नहीं ये बोल भी सच दे नहीं है, क्योंकि सच ने तो पहला लैसन ही ये दे दिता, चुपै चुप ना हो बई जे लाए रहा लवतार वर्मी मारी साप ना मूआ। हुण सप मारना है, सप खुड च वड़िया है, तो मैं उत्थों खुड बंद करती तो कहां बई ओए सप मारता, आपां खुड बंद कीतियां सप नहीं मरदा। महाराज कहंदे जुबान बंद कीतियां मन भी नहीं मरना। इस करके मन नूं तां बाणी पढ़ के नाम जप के कंट्रोल करना पैना। तो महाराज कहंदे ये भी बोल सच दे नहीं हैगे। तो इन्हां चार अखौती भगतां दा जिक्र आया महाराज ने, जिथे भी कोई बचन सच दी कसवट्टी ते नहीं सी खरा उतरदा महाराज ने दर्ज नहीं कीते, क्योंकि ये कसवट्टी लाई आ भी वो सच ते खरे उतरने चाहिए। एक तां ये गल, दूजी गल जे हुण कोई कवे भी मेरे बोलां दे विचों झलकदा सच ही पिया है। हुण कई आपां वेखदे कई गुरमुख जन कवितावां रच दिंदे आ, भाई वीर सिंह ने कई कवितावां रचियां है, होर मेरे वर्गे बड़ियां कवितावां लिख दिंदे, एवें दी बड़ियां कवितावां लिख दित्तियां जांदियां। कि उन्हां कवितावां दा असीं नितनेम कर सकदे आ? कि उन्हां नूं असीं रोज़ अंम੍ਰਿਤ वेले उठ के पढ़ सकदे आ? ठीक है गुरमुख जन बड़े सत्कारयोग ने, ਮੰਨਦੇ ਹਾਂ भी ਉਹਨਾਂ ਦੀਆਂ ਕਵਿਤਾਵਾਂ ਵਿੱਚੋਂ ਸੱਚ ਝਲਕਦਾ, ਗੁਰਬਾਣੀ ਦੀ ਵਿਆਖਿਆ ਕਰਦੇ ਆ। ਹਾਂ ਸਾਡੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸਤਿਕਾਰ ਦਿੱਤਾ ਹੈ, ਬਾਣੀ ਦੀ ਕੁੰਜੀ ਆਖਿਆ। ਭਾਈ ਨੰਦ ਲਾਲ ਸਾਹਿਬ ਦੇ ਬਚਨਾਂ ਨੂੰ ਸਤਿਕਾਰ ਦਿੱਤਾ ਹੈ, ਬਾਣੀ ਦੇ ਬਰਾਬਰ ਦਰਜਾ ਦਿੱਤਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਨੂੰ ਸਤਿਕਾਰ ਗੁਰੂ ਸਾਹਿਬ ਆਪ ਦੇ ਕੇ ਗਏ ਆ। पर जे कोई कवे भी होर भी कोई कवितावां रच दवे तो वह भी गुरबाणी हो गए, इस तरह नहीं हो सकता। भला क्यों? वो इस करके नहीं हो सकता क्योंकि ये ध्यान रखियो
ਗੁਰਬਾਣੀ ਪ੍ਰਗਟ ਕਿਵੇਂ ਹੋਈ ਆ, ਇੱਥੇ ਥੋੜ੍ਹਾ ਜਿਹਾ ਸਮਝਿਓ। ਜਦੋਂ ਕੋਈ ਮਨੁੱਖ ਦੁਨੀਆ ਦੇ ਵਿੱਚ ਵਿਚਰਦਾ ਹੈ, ਦੁਨੀਆ ਦੇ ਅਨੁਭਵ ਹੁੰਦੇ ਨੇ, ਦੁਨੀਆ ਦੇ ਅਨੁਭਵ ਨੂੰ ਮਹਿਸੂਸ ਕਰਕੇ ਜੋ ਉਹਦੇ ਮਨ ਦੇ ਵਿੱਚ ਵਿਚਾਰ ਆਉਂਦੇ ਆ ਉਹਨਾਂ ਨੂੰ ਫਿਰ ਕਵਿਤਾਵਾਂ ਦਾ ਰੂਪ ਦੇ ਦਿੰਦਾ। ਤੋ ਜਿਹੜੀਆਂ ਆਮ ਕਵਿਤਾਵਾਂ ਨੇ ਨਾ ਉਹ ਮਨ ਤੋਂ ਉਪਜਦੀਆਂ। ਇਹ ਧਿਆਨ ਦਿਓ ਥੋੜ੍ਹਾ ਜਿਹਾ। ਆਮ ਕਵਿਤਾਵਾਂ ਦਾ ਜਨਮ ਮਨ ਤੋਂ ਹੁੰਦਾ ਹੈ, ਅਤੇ ਜਿਹਦੀ ਹੋਂਦ ਹੀ ਮਨ ਦੀ ਹੋਂਦ ਤੋਂ ਆਈ ਹੈ ਉਹਨੂੰ ਪੜ੍ਹ ਕੇ ਮਨ ਕਿਵੇਂ ਮਰ ਜਾਊਗਾ। ਅਸੀਂ ਤਾਂ ਮਨ ਮਾਰਨਾ ਹੈ ਨਾ, ਮਨ ਸਾਧੇ ਸਿੱਧ ਹੋਏ, ਅਸੀਂ ਤਾਂ ਮਨ ਨੂੰ ਸਾਧਨਾ, ਮਨ ਮਾਰਨਾ ਹੈ। ਪਰ ਜਿਹੜੇ ਬੋਲ ਹੀ ਮਨ ਤੋਂ ਉਪਜੇ ਨੇ ਉਹਨਾਂ ਨੂੰ ਪੜ੍ਹ ਕੇ ਮਨ ਮਰ ਕਿਵੇਂ ਜਾਊਗਾ। ਇਸ ਕਰਕੇ ਯਾਦ ਰੱਖਿਓ, ਗੁਰਬਾਣੀ ਕੋਈ ਦਿਮਾਗੀ ਢੰਗ ਦੇ ਨਾਲ ਨਹੀਂ ਪ੍ਰਗਟ ਹੋਈ। ਜੇ ਕੋਈ ਕਵੇ ਕਿ ਵੀ ਗੁਰੂ ਸਾਹਿਬ ਨੇ ਕੋਈ ਪਹਿਲਾਂ ਬੜੀ ਸਟੱਡੀ ਕੀਤੀ ਹੋਣੀ ਆ ਜੀ, ਅਤੇ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਹੈ ਵੀ ਸਾਡੇ ਇਤਿਹਾਸ ਦੇ ਵਿੱਚ ਚਲੋ ਗੁਰੂ ਨਾਨਕ ਸਾਹਿਬ ਦੇ 2-3 ਟੀਚਰਾਂ ਦਾ ਜ਼ਿਕਰ ਆ ਜਾਂਦਾ ਹੈ, ਗੋਪਾਲ ਪਾਂਧਾ ਆ ਜਾਂਦਾ ਹੈ, ਕਾਜੀ ਜੀ ਆ ਜਾਂਦੇ ਆ, ਵੀ ਇਹਨਾਂ ਦਾ ਜ਼ਿਕਰ ਆ ਜਾਂਦਾ ਵੀ ਇਹਨਾਂ ਨੇ ਫਾਰਸੀ ਪੜ੍ਹਾਈ, ਇਹਨਾਂ ਨੇ ਸੰਸਕ੍ਰਿਤ ਪੜ੍ਹਾ ਦਿੱਤੀ, ਇੱਕ ਦੋਆਂ ਦਾ ਆਏਗਾ। ਪਰ ਕਿੰਨੀਆਂ ਭਾਸ਼ਾਵਾਂ 'ਚ ਗੁਰੂ ਸਾਹਿਬ ਨੇ ਬਾਣੀ ਦਰਜ ਕੀਤੀ ਹੈ। ਉਹ ਭਾਸ਼ਾਵਾਂ ਕਿੱਥੋਂ ਸਿੱਖੀਆਂ ਫਿਰ ਸਤਿਗੁਰਾਂ ਨੇ? ਕਿਸੇ ਯੂਨੀਵਰਸਿਟੀ ਤੋਂ ਤਾਂ ਸਿੱਖ ਕੇ ਨਹੀਂ ਆਏ, ਕਿਤੇ ਸਪੈਸ਼ਲ ਟ੍ਰੇਨਿੰਗ ਤਾਂ ਲੈ ਕੇ ਨਹੀਂ ਆਏ। ਅਤੇ ਕਮਾਲ ਦੀ ਗੱਲ, ਹੈਰਾਨੀ ਹੁੰਦੀ ਆ, 62 ਸਾਲ ਦੇ ਬਜ਼ੁਰਗ ਬਾਬਾ ਅਮਰਦਾਸ ਮਹਾਰਾਜ, ਜਿਨ੍ਹਾਂ ਨੂੰ ਰਾਗਾਂ ਦਾ ਕੁਝ ਪਤਾ ਨਹੀਂ, ਤੇ ਗੁਰੂ ਬਣਨ ਤੋਂ ਬਾਅਦ ਰਾਗਾਂ 'ਚ ਬਾਣੀ ਉਚਾਰਦੇ ਪਏ ਆ। ਉਹ ਇੱਕੋ ਦਮ ਉਹ ਬਾਣੀ ਕਿਵੇਂ ਪ੍ਰਗਟ ਹੋ ਜਾਂਦੀ ਹੈ। ਤੋ ਇਹ ਧਿਆਨ ਰੱਖੋ, ਬਾਣੀ ਕੋਈ ਦਿਮਾਗ ਦੀ ਉਪਜ ਨਹੀਂ ਹੈਗੀ, ਬਾਣੀ ਕੋਈ ਮਨ ਦੀ ਉਪਜ ਨਹੀਂ ਹੈਗੀ ਵੀ ਮਨ ਦੇ ਵਿੱਚ ਖਿਆਲ ਆਏ, ਮਨ ਦੇ ਵਿੱਚ ਕੋਈ ਫੁਰਨੇ ਆਏ ਤੇ ਉਹਨਾਂ ਨੂੰ ਕਵਿਤਾਵਾਂ ਦੇ ਦਿੱਤੀਆਂ। ਤੇ ਭਗਤ ਕਬੀਰ ਜੀ ਨੇ ਸਪਸ਼ਟ ਕੀਤਾ, ਲੋਕ ਜਾਣੈ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਲੋਕੀ ਸਮਝਦੇ ਹੋਣਗੇ ਇਹ ਗੀਤ ਆ, ਪਰ ਇਹ ਗੀਤ ਨਹੀਂ ਹੈਗੇ, ਇਹ ਤਾਂ ਰੱਬ ਦੇ ਬੋਲ ਨੇ। ਇਸ ਕਰਕੇ ਇਹ ਭਰੋਸਾ ਰੱਖੋ ਵੀ ਇਹ ਬਾਣੀ ਉਦੋਂ ਦਰਜ ਹੋਈ, ਉਦੋਂ ਪ੍ਰਗਟ ਹੋਈ ਜਿਹਨੂੰ ਭਗਤ ਸਾਹਿਬ ਜੀ ਨੇ ਕਿਹਾ ਏਕ ਜੋਤ ਏਕਾ ਮਿਲੀ। ਇਹ ਥੋੜ੍ਹਾ ਜਿਹਾ ਕਨਸੈਪਚੁਅਲ ਪਾਰਟ ਆ, ਥੋੜ੍ਹਾ ਸਮਝਿਓ। ਮਹਾਰਾਜ ਕਹਿੰਦੇ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਜਿਤ ਘਟ ਨਾਮ ਨਾ ਊਪਜੈ, ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਜਦੋਂ ਭਗਤ ਦਾ ਅੰਦਰ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਗਿਆ, ਜਦੋਂ ਉਹ ਅਭੇਦਤਾ ਹੋ ਗਈ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਦੋਂ ਇੱਕ ਭਗਤ ਨਿਰੋਲ ਰੱਬ ਹੀ ਹੋ ਗਿਆ, ਫਿਰ ਉਹਦੇ ਵਿੱਚੋਂ ਜਦੋਂ ਕੋਈ ਬੋਲਿਆ ਉਹ ਰੱਬ ਬੋਲਿਆ, ਖੁਦ ਨਹੀਂ ਬੋਲੇ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਂ ਬੋਲਦਾ ਪਿਆ, ਕਹਿੰਦੇ ਮੇਰੇ ਚੋਂ ਖਸਮ ਬੋਲਦਾ ਪਿਆ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ, ਵੇ ਲਾਲੋ ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ। ਕਹਿੰਦੇ ਮੈਂ ਆਪਦੀ ਮਰਜ਼ੀ ਨਾਲ ਨਹੀਂ ਬੋਲ ਰਿਹਾ, ਜਿਵੇਂ ਰੱਬ ਬੁਲਾ ਰਿਹਾ ਉਦੋਂ ਬੋਲ ਰਿਹਾ। ਤੋ ਆਹ ਧਿਆਨ ਰੱਖਿਓ, ਜਿਹਨੂੰ ਜਦੋਂ ਰੱਬ ਨੇ ਬੁਲਾਇਆ, ਜਦੋਂ ਖਸਮ ਬੋਲਿਆ ਅੰਦਰੋਂ, ਤੇ ਉਹ ਖਸਮ ਦੇ ਬੋਲ ਹੀ ਗੁਰਬਾਣੀ ਬਣੇ ਨੇ। ਤੋ ਇਹ ਭਰੋਸਾ ਰੱਖਿਓ ਵੀ ਗੁਰਬਾਣੀ ਕੋਈ ਆਮ ਕਵਿਤਾ ਨਹੀਂ ਹੈਗੀ, ਗੁਰਬਾਣੀ ਕੋਈ ਦਿਮਾਗ ਦੀ ਉਪਜ ਨਹੀਂ ਹੈਗੀ, ਗੁਰਬਾਣੀ ਕੋਈ ਮਨ ਦੇ ਫੁਰਨਿਆਂ 'ਚੋਂ ਉਪਜੀ ਨਹੀਂ, ਇਹ ਨਰੋਲ ਰੱਬ ਤੋਂ ਹੀ ਪ੍ਰਗਟ ਹੋਈ ਆ। ਤੇ ਇਸੇ ਕਰਕੇ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤਾਂ ਹੀ ਕਹਿ ਦਿੱਤਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜੇ ਖਸਮ ਦੇ ਬੋਲ ਨੇ, ਇਸ ਕਰਕੇ ਖਸਮ ਦੇ ਬੋਲ ਖਸਮ ਹੀ ਨੇ। ਫਿਰ ਇਸ ਕਰਕੇ ਭਰੋਸਾ ਰੱਖਿਓ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਝੁਕਦੇ ਨਾ, ਇਹ ਭਰੋਸਾ ਰੱਖਣਾ ਵੀ ਮੈਂ ਰੱਬ ਨੂੰ ਹੀ ਮੱਥਾ ਟੇਕਦਾ ਪਿਆ। ਅਰਦਾਸ ਕਰਨ ਲੱਗਿਆ ਇਹ ਭਰੋਸਾ ਰੱਖਣਾ ਮੈਂ ਰੱਬ ਅੱਗੇ ਅਰਦਾਸ ਕਰਦਾ ਪਿਆ। ਤੋ ਇਹ ਖਸਮ ਦੇ ਬੋਲ ਨੇ। ਤੇ ਭਗਤ ਕਬੀਰ ਜੀ ਕਹਿੰਦੇ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਜਿਤ ਘਟ ਨਾਮ ਨਾ ਊਪਜੈ, ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਤੇ ਕਹਿੰਦੇ ਸਾਧ ਮਿਲੈ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ, ਦੋਏ ਮਿਲ ਕਾਰਜ ਊਪਜੈ, ਰਾਮ ਨਾਮ ਸੰਜੋਗ। ਕਹਿੰਦੇ ਬਾਣੀ ਪ੍ਰਗਟ ਹੋਈ, ਉਹਦੇ ਵਿੱਚ ਆਹ ਦੋ ਵਿਧਾਂ ਮਿਲੀਆਂ, ਆਹ ਦੋ ਸੰਜੋਗ ਬਣੇ ਨੇ, ਦੋਏ ਮਿਲ ਕਾਰਜ ਊਪਜੈ। ਥੋੜ੍ਹਾ ਜਿਹਾ ਸਮਝਿਓ, ਕਹਿੰਦੇ ਇਹ ਸੰਜੋਗ ਕਿਵੇਂ ਬਣੇ ਵੀ ਇੱਕ ਤਾਂ ਸ਼ਬਦ ਗੁਰੂ ਦਾ ਹੋਣਾ ਜ਼ਰੂਰੀ ਸੀ। ਇਹ ਧਿਆਨ ਦਿਓ, ਕਈ ਵਾਰੀ ਨਾ ਮੈਨੂੰ ਯਾਦ ਹੈ, ਇੱਕ ਵਾਰੀ ਮੈਨੂੰ ਰਾਧਾ ਸਵਾਮੀਆਂ ਨੇ ਸਵਾਲ ਕੀਤਾ ਸੀ, ਵਿਚਾਰ ਚੱਲੀ, ਤੇ ਕਹਿੰਦੇ ਅਸੀਂ ਉਹਨੂੰ ਗੁਰੂ ਮੰਨਦੇ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ। ਹੁਣ ਆਪਦੇ ਵੱਲੋਂ ਬੜੇ ਸਿਆਣੇ ਬਣੇ, ਤੇ ਦਾਸ ਨੇ ਉੱਥੇ ਬੇਨਤੀ ਕੀਤੀ ਸੀ ਵੀ ਇਹ ਗੁਰਬਾਣੀ ਜਿਹੜੀ ਪ੍ਰਗਟ ਹੋਈ ਹੈ ਨਾ, ਇਹ ਜਿਹੜਾ ਨਰੋਲ ਨਿਰਗੁਣ ਸਰੂਪ ਦੇ ਵਿੱਚ ਉਹ ਸ਼ਬਦ ਸੀ ਨਾ,
ਉਹ ਸ਼ਬਦ ਤਾਂ ਜਦੋਂ ਤੋਂ ਇਹ ਕੁਦਰਤ ਬਣੀ ਉਦੋਂ ਤੋਂ ਹੀ ਰਗ ਰਗ ਦੇ ਵਿੱਚ ਘਟ ਘਟ ਦੇ ਵਿੱਚ ਚੱਲਦਾ ਪਿਆ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ ਜਹ ਦੇਖਾਂ ਤੈ ਸੋਈ। ਮਹਾਰਾਜ ਕਹਿੰਦੇ ਜੇਤਾ ਕੀਤਾ ਤੇਤਾ ਨਾਉ। ਜਿੱਥੇ ਵੇਖਦਾ ਇਹ ਸ਼ਬਦ ਤਾਂ ਘਟ ਘਟ ਦੇ ਵਿੱਚ ਵੱਜਦਾ ਪਿਆ ਤੇ ਇੱਥੋਂ ਤੱਕ ਮਹਾਰਾਜ ਕਹਿੰਦੇ ਵੀ ਇਸ ਸ਼ਬਦ ਦੇ ਨਾਲ ਹੀ ਤਾਂ ਇਹ ਦੁਨੀਆ ਬਣੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਚਲੋ ਇਹਨੂੰ ਸਾਇੰਸ ਨੇ ਆਪਣੇ ਢੰਗ ਨਾਲ ਬਿਆਨ ਕੀਤਾ, ਬਿਗ ਬੈਂਗ ਥਿਊਰੀ ਦੱਸਦੇ ਆ ਨਾ, ਇੱਕ ਵੱਡਾ ਧਮਾਕਾ ਹੋਇਆ ਤੇ ਉਸ ਧਮਾਕੇ ਦੇ ਨਾਲ ਇਹ ਸਾਰੀ ਕੁਦਰਤ ਬਣ ਗਈ। ਇਹ ਸਾਇੰਸ ਆਪਣੇ ਢੰਗ ਨਾਲ ਦੱਸਦੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਇਹਨੂੰ ਇੰਜ ਦੱਸਿਆ ਕਿ ਇੱਕ ਸ਼ਬਦ ਹੋਇਆ ਤੇ ਉਹ ਸ਼ਬਦ ਦੇ ਵਿੱਚੋਂ ਪੂਰੀ ਕੁਦਰਤ ਦਾ ਪਸਾਰਾ ਹੋ ਗਿਆ। ਤੇ ਫਿਰ ਉਹ ਸ਼ਬਦ ਨੇ ਵਾਸਾ ਕਿੱਥੇ ਕੀਤਾ? ਉਹ ਸ਼ਬਦ ਘਟ ਘਟ ਵਿੱਚ ਵੱਜਦਾ ਹੈ। ਆਦਿ ਕਾਲ ਤੋਂ ਹੀ ਉਹ ਸ਼ਬਦ ਘਟ ਘਟ ਵਿੱਚ ਮੌਜੂਦ ਹੈ। ਪਰ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਵੀ ਜਿਹੜਾ ਸ਼ਬਦ ਗੁਪਤ ਰੂਪ ਦੇ ਵਿੱਚ ਘਟ ਘਟ ਵਿੱਚ ਵੱਜ ਰਿਹਾ ਸੀ ਉਹਨੂੰ ਅੱਖਰ ਦੇ ਕੇ ਪ੍ਰਗਟ ਕਰ ਦਿੱਤਾ ਹੈ ਬਸ। ਤਾਂ ਹੀ ਭੱਟ ਸਾਹਿਬਾਨਾਂ ਨੇ ਇਹ ਕਿਹਾ ਨਾ ਕਿ ਗੁਰੂ ਅਰਜਨ ਸਾਹਿਬ ਉਹ ਮਹਾਨ ਪੁਰਸ਼ ਨੇ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਪ੍ਰਗਟ ਕੀਤਾ। ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਗੁਰੂ ਅਰਜਨ ਸਾਹਿਬ ਉਹ ਨੇ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਪ੍ਰਗਟ ਕੀਤਾ। ਇਹਨੂੰ ਸਮਝਿਓ ਥੋੜਾ ਜਿਹਾ, ਅੱਗ ਹੁੰਦੀ ਹੈ ਇਹ ਮੰਨਦੇ ਹੋ ਨਾ? ਹਰ ਲੱਕੜ 'ਚ ਅੱਗ, ਤਾਂ ਹੀ ਤਾਂ ਤੀਲੀ ਲਾਈਏ ਅੱਗ ਬਲਦੀ ਹੈ ਨਾ। ਪੈਟਰੋਲ ਦੇ ਵਿੱਚ ਅੱਗ ਹੈਗੀ ਹੈ ਨਾ, ਪਰ ਦਿਖਦੀ ਪਈ ਹੈ। ਪੈਟਰੋਲ ਤੁਸੀਂ ਭਾਂਡੇ 'ਚ ਪਾ ਕੇ ਰੱਖ ਦਿਓ, ਅੱਗ ਦਿਖਦੀ ਹੈ ਕਿਉਂਕਿ ਉਹ ਅੱਗ ਗੁਪਤ ਰੂਪ 'ਚ ਹੈ। ਪਰ ਜਦੋਂ ਬਾਹਰੋਂ ਤੀਲੀ ਲਾਓ, ਜਿਹੜੀ ਅੱਗ ਗੁਪਤ ਰੂਪ 'ਚ ਸੀ ਉਹ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦ ਗੁਪਤ ਰੂਪ ਦੇ ਵਿੱਚ ਆਦਿ ਕਾਲ ਤੋਂ ਹੀ ਚੱਲਦਾ ਪਿਆ ਹੈ। ਪਰ ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ ਕੀ ਕੀਤਾ ਵੀ ਉਸ ਸ਼ਬਦ ਨੂੰ ਅੱਖਰ ਦੇ ਕੇ ਪ੍ਰਗਟ ਕਰ ਦਿੱਤਾ। ਕਿਉਂਕਿ ਉਹ ਸ਼ਬਦ ਨੂੰ ਆਮ ਮਨੁੱਖ ਤਾਂ ਸਾਂਝ ਪਾ ਨਹੀਂ ਸੀ ਸਕਦਾ, ਉਹਨਾਂ ਲੈਵਲ ਹੋਣਾ ਜ਼ਰੂਰੀ ਸੀ। ਕਿਉਂਕਿ ਦੋਏ ਮਿਲ ਕਾਰਜ ਉਪਜੈ ਨਾ, ਸੁਰਤ ਦਾ ਉਹਨਾਂ ਉੱਚਾ ਉੱਠਣਾ ਵੀ ਜ਼ਰੂਰੀ ਸੀ। ਪਰ ਸਾਡੀ ਸੁਰਤ ਤਾਂ ਪਦਾਰਥਾਂ ਤੇ ਖੜੀ, ਇਸ ਕਰਕੇ ਪਦਾਰਥਕ ਸ਼ਬਦ ਸਾਨੂੰ ਸੁਣ ਜਾਂਦੇ ਆ। ਤੇ ਇਸ ਕਰਕੇ ਗੁਰੂ ਸਾਹਿਬ ਵਿੱਚ ਵਿਚੋਲੇ ਪਏ। ਮਹਾਰਾਜ ਨੇ ਫਿਰ ਉਹ ਟੂਲਸ ਵਰਤੇ ਜਿਹੜੇ ਟੂਲਸ ਦਾ ਸੰਬੰਧ ਆਮ ਮਨੁੱਖਾਂ ਨਾਲ ਵੀ ਹੋ ਸਕਦਾ ਹੈ। ਆਮ ਮਨੁੱਖ ਭਾਸ਼ਾ ਸਮਝ ਸਕਦੇ, ਅੱਖਰ ਸਮਝ ਸਕਦੇ ਆ। ਇਸ ਕਰਕੇ ਮਹਾਰਾਜ ਨੇ ਉਸ ਸ਼ਬਦ ਨੂੰ ਅੱਖਰਾਂ ਦੇ ਰਾਹੀਂ ਪ੍ਰਗਟ ਕੀਤਾ ਹੈ ਤਾਂ ਕਿ ਉਹ ਸੱਚ ਦੇ ਬੋਲ ਇੱਕ ਆਮ ਮਨੁੱਖ ਵੀ ਸਮਝ ਸਕੇ। ਤੋ ਸਤਿਗੁਰੂ ਜੀ ਨੇ ਉਹ ਬੋਲ ਜਿਹੜੇ ਇਹ ਪ੍ਰਗਟ ਹੋਏ ਆ, ਜਿਹੜੇ ਨਰੋਲ ਰੱਬ ਦਾ ਰੂਪ ਨੇ। ਇੱਕ ਗੱਲ ਤੇ ਇੱਕ ਹੋਰ ਗੱਲ, ਜਿਵੇਂ ਭਗਤ ਜੀ ਦਾ ਬਚਨ ਆਉਂਦਾ ਹੈ ਨਾ, ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਹੇ ਰੇ ਬਕਬਾਦ ਲਾਇਓ, ਜਿਨਾ ਹਰ ਪਾਇਓ ਤਿਨੈ ਛਪਾਇਓ। ਤੇ ਇੱਕ ਬਚਨ ਆਉਂਦਾ, ਕਹਿੰਦੇ ਪੰਡਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਕਿੰਨਾ ਦੇ ਬੋਲ ਦਰਜ ਹੋਏ, ਵਿਆਖਿਆ ਤਾਂ ਬੜੀ ਕਰਦੇ ਆ, ਪਰ ਮਹਾਰਾਜ ਕਹਿੰਦੇ ਵਿਖਿਆਨ ਕਰਨ ਵਾਲੇ ਰੱਬ ਦੀਆਂ ਗੱਲਾਂ ਬਹੁਤ ਕਰਦੇ ਹੋਣਗੇ, ਕੀਤੀਆਂ ਵੀ ਬੜਿਆਂ ਨੇ। ਪਰ ਮਹਾਰਾਜ ਕਹਿੰਦੇ ਕੇਵਲ ਰੱਬ ਦੀਆਂ ਗੱਲਾਂ ਕਰਨ ਵਾਲਿਆਂ ਦੇ ਬੋਲ ਦਰਜ ਨਹੀਂ ਹੋਏ, ਰੱਬ ਨੂੰ ਵਿਖਿਆਨਣ ਵਾਲਿਆਂ ਦੇ ਬੋਲ ਦਰਜ ਨਹੀਂ ਹੋਏ। ਫਿਰ ਕਿੰਨਾ ਦੇ ਹੋਏ? ਰੱਬ ਨੂੰ ਜਾਣਨ ਵਾਲਿਆਂ ਦੇ ਬੋਲ ਦਰਜ ਹੋਏ ਆ। ਕਿ ਧਿਆਨ ਦਿਓ, ਵਿਖਿਆਨਣ ਵਾਲਿਆਂ ਦੇ ਬੋਲ ਦਰਜ ਨਹੀਂ ਹੋਏ, ਉਹਨਾਂ ਦੇ ਦਰਜ ਹੋਏ ਜਿਨ੍ਹਾਂ ਨੇ ਜਾਣਿਆ ਰੱਬ ਨੂੰ, ਜਿਹੜੇ ਅਭੇਦ ਹੋ ਗਏ। ਕਹਿੰਦੇ ਪੰਡਤ ਹੋਏ ਕਾ ਵੇਦ ਬਖਾਨਾ, ਤੂੰ ਪੰਡਤ ਹੋਵੇਂਗਾ ਤੇ ਵੇਦਾਂ ਦਾ ਵਿਖਿਆਨ ਕਰਦਾ ਹੋਵੇਂਗਾ, ਪਰ ਯਾਦ ਰੱਖ ਜਿਹਦਾ ਤੂੰ ਵਿਖਿਆਨ ਕਰਨ ਦਿਆ ਨਾ, ਮੈਂ ਤੈਨੂੰ ਜਾਣਦਾ ਹੀ ਆ, ਅਸੀਂ ਤਾਂ ਬੈਸਟ ਫਰੈਂਡ ਆ, ਅਸੀਂ ਤਾਂ ਇੱਕੋ ਹੀ, ਸਾਡੀ ਗੱਲ ਹੀ ਇੱਕੋ ਹੈ। ਤੂੰ ਕਹਿਣ ਤੋਂ ਭਾਵ ਕੀ ਹੈ? ਜਦੋਂ ਇੱਕ ਮਿੱਕ ਹੋ ਗਏ, ਜਦੋਂ ਸੰਪੂਰਨ ਤੌਰ ਤੇ ਵਾਹਿਗੁਰੂ ਜੀ ਨਾਲ ਸਾਂਝ ਪੈ ਗਈ ਹੈ ਨਾ, ਉਦੋਂ ਇਹ ਬੋਲ ਪ੍ਰਗਟ ਹੋਏ ਤੇ ਉਹਨਾਂ ਬੋਲਾਂ ਨੂੰ ਗੁਰਬਾਣੀ ਵਿੱਚ ਦਰਜ ਕੀਤਾ ਜਿਹੜੇ ਬੋਲ ਨਰੋਲ ਰੱਬ ਦਾ ਰੂਪ ਨੇ। ਇਸ ਕਰਕੇ ਇੱਕ ਇਹ ਵੀ ਘਟਨਾ ਹੁੰਦੀ ਹੈ ਕਿ ਜਦੋਂ ਸ਼ਹੀਦ ਕਰਨਾ ਸੀ, 10 ਕਾਰਨਾਂ ਚੋਂ ਇੱਕ ਕਾਰਨ ਆਪਾਂ ਵਿਚਾਰਿਆ, ਸਾਰੇ ਕਾਰਨ ਤਾਂ ਵਿਚਾਰਨੇ ਨਹੀਂ ਕਿਉਂਕਿ ਉਹ ਪ੍ਰਕਰਨ ਨਹੀਂ ਹੈਗਾ। ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਪ੍ਰੈਸ਼ਰ ਪਾਇਆ ਗਿਆ ਕਿ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ। ਭਾਈ ਵੀਰ ਸਿੰਘ ਨੇ ਇਹ ਵੀ ਕਾਰਨ ਲਿਖਿਆ, ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ। ਤੇ ਗੁਰੂ ਅਰਜਨ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਵੀ ਸਾਨੂੰ ਮੁਹੰਮਦ ਸਾਹਿਬ ਨਾਲ ਕੋਈ ਕਿੰਤੂ ਪਰੰਤੂ ਨਹੀਂ ਹੈ, ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਪਰ ਧੱਕੇ ਦੇ ਨਾਲ ਬੋਲ ਨਹੀਂ ਦਰਜ ਕਰਨੇ। ਜੇ ਅਸੀਂ ਧੱਕੇ ਦੇ ਨਾਲ ਜਾਂ ਕਿਸੇ ਦਾ ਡਰ ਮੰਨ ਕੇ ਬੋਲ ਦਰਜ ਕਰ ਲਏ, ਫਿਰ ਇਹ ਬਾਣੀ ਪੜ੍ਹ ਕੇ ਕੋਈ ਨਿਰਭਉ ਕਿਵੇਂ ਬਣੂਗਾ? ਉਹ ਫਿਰ ਖੋਪੜੀਆਂ ਕਿਵੇਂ ਲਵਾ ਲੂਗਾ? ਇਹ ਬਾਣੀ ਪੜ੍ਹ ਕੇ ਫਿਰ ਉਹ ਆਰੇ ਕਿਵੇਂ ਸਹਿ ਲੂਗਾ? ਜੇ ਅਸੀਂ ਡਰ ਕੇ ਦਰਜ ਕਰਤੇ। ਮਹਾਰਾਜ ਕਹਿੰਦੇ ਨਹੀਂ, ਜੋ ਕਰਨਾ ਕਰ ਲਓ, ਬਿਠਾਉਣਾ ਤੱਤੀਆਂ ਤਵੀਆਂ ਤੇ ਬਿਠਾ ਦਿਓ, ਪਰ ਕੋਈ ਵੀ ਮਾਂ ਆਪਣੇ ਬੱਚੇ ਨੂੰ ਜ਼ਹਿਰ ਨਹੀਂ ਦੇ ਸਕਦੀ। ਇਹ ਭੋਜਨ ਦੇ ਰਿਹਾ ਮੈਂ ਆਪਣੇ ਬੱਚਿਆਂ ਨੂੰ, ਤੇ ਆਪਣੇ ਹੱਥੀਂ ਮੈਂ ਜ਼ਹਿਰ ਕਿਵੇਂ ਪਰੋਸ ਸਕਦਾ? ਇਸ ਕਰਕੇ ਇਹ ਭਰੋਸਾ ਰੱਖਿਓ ਵੀ ਸਤਿਗੁਰਾਂ ਨੇ ਤਾਂ ਤੱਤੀਆਂ ਤਵੀਆਂ ਤੇ ਵੀ ਬਹਿਣਾ ਕਬੂਲ ਲਿਆ,
ਪਰ ਸਾਡੇ ਸਾਹਮਣੇ ਉਹ ਬੋਲ ਪ੍ਰਗਟ ਕੀਤੇ ਆ, ਸਾਨੂੰ ਉਹ ਗੁਰਬਾਣੀ ਬਖਸ਼ੀ ਹੈ ਜਿਹੜੀ ਬਾਣੀ ਨਰੋਲ ਸੱਚ ਦਾ ਰੂਪ ਹੈ। ਤੋ ਸਤਿਗੁਰਾਂ ਨੇ ਉਹ ਫਿਲਟਰ ਲਾ ਕੇ ਸਾਰੀ ਬਾਣੀ ਨੂੰ ਤਰਤੀਬ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹ ਸੰਪੂਰਨ ਹੋਈ ਹੈ। 15 ਦਿਨ ਤਤਕਰਾ ਬਣਾਉਣ ਤੇ ਲੱਗੇ ਆ। ਸਾਡੇ ਇਤਿਹਾਸ ਵਿੱਚ ਲਿਖਿਆ, ਅੱਗੇ ਤਤਕਰਾ ਪੜ੍ਹਦੇ ਨੇ, ਮੈਂ ਇੱਕ ਦਿਨ ਕਿਰਨਦੀਪ ਕੌਰ ਵਿਚਾਰ ਸਾਂਝੇ ਕਰ ਰਹੇ ਸੀ, ਕਹਿੰਦੇ ਅੱਜ ਅਸੀਂ ਕੋਈ ਇੰਡੈਕਸ ਲਿਖਦੇ ਹਾਂ ਨਾ, ਕਿਤਾਬਾਂ ਦੇ ਇੰਡੈਕਸ ਲਿਖੇ ਜਾਂਦੇ, ਕਮਾਲ ਦੀ ਗੱਲ ਗੁਰੂ ਸਾਹਿਬ ਨੇ ਉਦੋਂ ਇੰਡੈਕਸ ਲਿਖਤਾ, ਤਤਕਰਾ ਲਿਖਤਾ ਵੀ ਕਿਹੜੇ ਅੰਗ ਤੇ ਕਿਹੜਾ ਸ਼ਬਦ ਹੈ, ਪਹਿਲਾਂ ਕਿਹੜਾ ਸ਼ਬਦ ਹੈ, ਦੂਜਾ ਕਿਹੜਾ ਸ਼ਬਦ ਹੈ, ਪਹਿਲਾ ਰਾਗ ਕਿਹੜਾ, ਦੂਜਾ ਰਾਗ ਕਿਹੜਾ। 15 ਦਿਨ ਭਾਈ ਗੁਰਦਾਸ ਨੇ ਤਤਕਰਾ ਲਿਖਣ ਤੇ ਲਾਏ ਆ, ਫਿਰ ਹੋਰ ਉਤਾਰੇ ਹੋਏ ਆ। ਤੋ ਜਦੋਂ ਪੂਰੀ ਭੀੜ ਤਿਆਰ ਹੋ ਗਈ ਹੈ, ਪੋਥੀ ਸਾਹਿਬ ਤਿਆਰ ਹੋ ਗਈ ਹੈ, ਰਾਮਸਰ ਸਾਹਿਬ ਦੀ ਧਰਤੀ ਤੋਂ ਉਹ ਸਵਾਰੀ ਜਿਹੜੀ ਹੈ, ਫਿਰ ਬਾਬਾ ਬੁੱਢਾ ਸਾਹਿਬ ਨੇ ਉਸ ਪਾਵਨ ਭੀੜ ਨੂੰ ਆਪਣੇ ਸੀਸ ਤੇ ਬਿਰਾਜਮਾਨ ਕੀਤਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਚੌਰ ਦੀ ਸੇਵਾ ਕੀਤੀ ਹੈ। ਅੱਜ ਜਦੋਂ ਸੇਵਾ ਕਰਦੇ ਹੁੰਦੇ ਨਾ, ਫੀਲਿੰਗ ਲੈ ਕੇ ਆਇਆ ਕਰੋ। ਚੌਰ ਦੀ ਸੇਵਾ ਕਰਨੀ ਵੀ ਕੋਈ ਛੋਟੀ ਮੋਟੀ ਸੇਵਾ ਨਹੀਂ ਹੈ। ਕਿੰਨੀ ਮਹਾਨ ਸੇਵਾ ਹੋਏਗੀ ਜਿਹੜੀ ਸੇਵਾ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਹੈ। ਕਿੱਡੀ ਮਹਾਨ ਸੇਵਾ ਹੋਏਗੀ। ਸਭ ਤੋਂ ਪਹਿਲਾਂ ਚੌਰ ਸਾਹਿਬ ਕਰਨ ਦੀ ਸੇਵਾ ਗੁਰੂ ਅਰਜਨ ਸਾਹਿਬ ਨੇ ਕੀਤੀ। ਬਾਬਾ ਬੁੱਢਾ ਸਾਹਿਬ ਨੇ ਉਸ ਪਾਵਨ ਬੀੜ ਨੂੰ ਆਪਣੇ ਸੀਸ ਤੇ ਬਿਰਾਜਮਾਨ ਕੀਤਾ ਹੈ ਤੇ ਗੁਰੂ ਅਰਜਨ ਸਾਹਿਬ ਚੌਰ ਕਰਦੇ ਪਏ ਨੇ, ਕਿਸੇ ਨੇ ਸ਼ਸਤਰ ਝੁਲਾ ਦਿੱਤਾ। ਸਾਰੀ ਸੰਗਤ ਫਿਰ ਗੁਰਦੁਆਰਾ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਆਏ ਆ। ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਲਿਆ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਹੁਕਮਨਾਮਾ ਆਇਆ, ਕਿਹੜਾ ਆਇਆ ਭਲਾ? ਹਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਸਾਡਾ ਪਹਿਲਾ ਹੁਕਮਨਾਮਾ। ਤੇ ਜਦੋਂ ਬਾਬਾ ਬੁੱਢਾ ਸਾਹਿਬ ਹੁਕਮਨਾਮਾ ਲੈ ਰਹੇ ਆ ਨਾ, ਤੇ ਗੁਰੂ ਅਰਜਨ ਸਾਹਿਬ ਆਪ ਸੰਗਤ 'ਚ ਬੈਠੇ ਆ। ਤੁਸੀਂ ਦੇਖੋ ਕਿੰਨੀ ਮਹਾਨ ਨਿਮਰਤਾ ਹੋਏਗੀ ਤੇ ਕਿੰਨਾ ਸਤਿਕਾਰ ਗੁਰੂ ਸਾਹਿਬ ਨੇ ਆਪਣੀ ਹੋਂਦ ਵਿੱਚ ਗੁਰੂ ਸਾਹਿਬ ਨੂੰ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਹੈ। ਤੇ ਅਸੀਂ ਗੁਰੂ ਸਾਹਿਬ ਤੋਂ ਸਿਆਣੇ ਨਹੀਂ ਹੋ ਗਏ। ਇਸ ਕਰਕੇ ਜਦੋਂ ਅਸੀਂ ਸੰਗਤ ਵਿੱਚ ਬੈਠਦੇ ਆ ਨਾ, ਹੰਕਾਰ, ਜਿਵੇਂ ਮਸਕੀਨ ਸਾਹਿਬ ਇੱਕ ਗੱਲ ਬੜੀ ਪਿਆਰੀ ਕਹਿੰਦੇ ਹੁੰਦੇ ਸੀ, ਕਹਿੰਦੇ ਜਦੋਂ ਗੁਰਦੁਆਰੇ ਆਓ ਨਾ, ਹੰਕਾਰ ਦੀ ਜੁੱਤੀ ਬਾਹਰ ਹੀ ਲਾ ਕੇ ਆਇਆ ਕਰੀ। ਇਕੱਲੀ ਜੁੱਤੀ ਬਾਹਰ ਲਾ ਕੇ ਨਹੀਂ ਆਉਣੀ, ਹੰਕਾਰ ਵੀ ਬਾਹਰ ਹੀ ਲਾ ਕੇ ਆਇਆ ਕਰੀਏ। ਤੇ ਸੰਗਤ ਵਿੱਚ ਬੈਠਣ ਲੱਗਿਆ ਇਹ ਮਹਿਸੂਸ ਕਰਿਆ ਕਰੋ, ਇਹ ਸੰਗਤ ਵਿੱਚ ਗੁਰੂ ਅਰਜਨ ਸਾਹਿਬ ਵੀ ਬੈਠੇ ਸੀ ਤੇ ਕਿੰਨੀ ਇਕਾਗਰਤਾ ਨਾਲ ਬੈਠੇ ਹੋਣਗੇ। ਮਹਿਸੂਸ ਕਰਿਆ ਕਰੋ, ਮੈਂ ਇੱਥੇ ਬੈਠਾ ਹੈ ਤੇ ਮੈਂ ਕਦੀ ਵਾਸੀਆਂ ਲੈ ਰਿਹਾ, ਇੱਧਰ ਉੱਧਰ ਹੋ ਰਿਹਾ, ਤੇ ਮੇਰੇ ਨਾਲ ਹੀ ਤਾਂ ਗੁਰੂ ਅਰਜਨ ਸਾਹਿਬ ਬੈਠੇ ਹੈ। ਚਲੋ ਆ ਵੀ ਗੁਰੂ ਅਰਜਨ ਸਾਹਿਬ ਹੈ, ਆ ਵੀ ਇੱਥੇ ਵੀ ਗੁਰੂ ਅਰਜਨ ਸਾਹਿਬ ਬੈਠੇ ਹੈ, ਤੇ ਮੇਰੇ ਕੋਲ ਮੇਰਾ ਬਾਬਾ ਬੈਠਾ ਹੋਵੇ ਤਾਂ ਮੈਂ ਇੱਧਰ ਉੱਧਰ ਭਟਕ ਜੂੰਗਾ ਜੇ ਸੱਚੀ ਵਿੱਚ ਹੋਵੇ। ਮੈਂ ਅਕਸਰ ਕਹਿੰਦਾ ਹੁੰਦਾ, ਅਸੀਂ ਨਾ ਭੈ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦਾ। ਸੋਚ ਕੇ ਵੇਖੋ, ਸੱਚੀ ਵਿੱਚ ਇੱਥੇ ਕਲਗੀਆਂ ਲਾ ਕੇ, ਬਾਜਾਂ ਵਾਲਾ, ਤਾਜਾਂ ਵਾਲਾ, ਤਖਤਾਂ ਵਾਲਾ, ਘੋੜਿਆਂ ਵਾਲਾ, ਫੌਜਾਂ ਵਾਲਾ ਉਹ ਧੰਨ ਗੁਰੂ ਗੋਬਿੰਦ ਸਿੰਘ ਬੈਠੇ ਹੋਣ ਤੇ ਮਜਾਲ ਆ ਕੋਈ ਕੁਸਕ ਵੀ ਜਾਵੇ, ਕੁਸਕ ਜੂ ਕੋਈ। ਤੇ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਹਜ਼ੂਰੀ ਵਿੱਚ ਹੀ ਅਸੀਂ ਲੜਾਈਆਂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੋਵੇ ਤੇ ਪ੍ਰਬੰਧਕ ਜਨ ਕਲੇਸ਼ ਪਾ ਕੇ ਬਹਿ ਜਾਂਦੇ ਹਨ, ਗੋਲਕਾਂ ਦੇ ਨਾਮ ਤੇ ਲੜਾਈਆਂ। ਅਸੀਂ ਭਰੋਸਾ ਨਹੀਂ ਨਾ ਕੀਤਾ। ਭਰੋਸਾ ਕਰੀਏ ਵੀ ਇਹ ਗੁਰੂ ਗ੍ਰੰਥ ਸਾਹਿਬ ਕੀ ਹੈ, ਇਹ ਗੁਰੂ ਨਾਨਕ ਹੀ ਬੈਠੇ ਹੈ। ਅਸੀਂ ਗੁਰੂ ਨਾਨਕ ਨੂੰ ਮੱਥਾ ਟੇਕ ਰਹੇ, ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕ ਰਹੇ ਹਾਂ। ਇਹ ਗੁਰੂ ਹਰਗੋਬਿੰਦ ਸਾਹਿਬ ਨੇ, ਨਰੋਲ ਰੱਬ ਨੇ। ਇਹ ਭਰੋਸਾ ਰੱਖਣਾ ਅਸੀਂ। ਫਿਰ ਆਓ, ਪਹਿਲਾ ਪ੍ਰਕਾਸ਼ ਹੋਇਆ ਹੁਣ ਮੋਟੇ ਰੂਪ ਦੇ ਵਿੱਚ, ਕਿਉਂਕਿ ਇਤਿਹਾਸ ਥੋੜ੍ਹਾ ਜਿਹਾ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਵਿਚਾਰਾਂਗੇ। ਹੁਣ ਥੋੜ੍ਹਾ ਜਿਹਾ ਆਪਾਂ ਸਿਧਾਂਤਾਂ ਵੱਲ ਆਉਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਕੀ ਕੀਤੀ ਗਈ, ਮੁੱਖ ਤੌਰ ਤੇ ਮੋਟੇ ਤੌਰ ਤੇ ਉਪਦੇਸ਼ ਕੀ ਦਿੱਤੇ ਗਏ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਚਾਰ ਸ਼ੁਰੂ ਕੀਤੀ ਹੈ ਤੇ ਉਹਦੇ ਵਿੱਚ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਵੀ ਹਰ ਕਿਸੇ ਦਾ ਵੱਖ-ਵੱਖ ਤਜਰਬਾ ਹੋ ਸਕਦਾ ਹੈ, ਪਰ ਜਿੰਨਾ ਕੁ ਮੇਰਾ ਤਜਰਬਾ ਹੋਇਆ ਸਹਿਜ ਪਾਠ ਕਰਦਿਆਂ, ਤਜਰਬਾ ਮੇਰਾ ਬੜਾ ਹੀ ਛੋਟਾ ਹੈ। ਇਸ ਕਰਕੇ ਛੋਟੇ ਜਿਹੇ ਤਜਰਬੇ ਨਾਲ ਜਿੰਨਾ ਕੁ ਮੈਂ ਕਹਿ ਸਕਦਾ ਓਨਾ ਕੀ ਕਹਿ ਸਕਾਂਗਾ। ਮੈਨੂੰ ਇੰਝ ਮਹਿਸੂਸ ਹੁੰਦਾ ਵੀ ਅਥਾਹ ਹੈ ਗੁਰਬਾਣੀ, ਬੰਨ ਨਹੀਂ ਸਕਦੇ ਅਸੀਂ ਗਿਣਤੀਆਂ ਮਿਣਤੀਆਂ 'ਚ, ਪਰ ਮੋਟੇ ਰੂਪ ਦੇ ਵਿੱਚ ਆਹ 6 ਗੱਲਾਂ ਤਾਂ ਗੁਰਬਾਣੀ 'ਚ ਮਿਲਦੀਆਂ ਹੀ ਮਿਲਦੀਆਂ ਹਨ। ਪਹਿਲੀ ਗੱਲ ਕਿ ਗੁਰਬਾਣੀ ਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਹੋਈ ਹੈ। ਤੇ ਜਿਵੇਂ ਬਾਪੂ ਜੀ ਦੱਸ ਰਹੇ ਸੀ ਨਾ ਵੀ ਗੁਰਬਾਣੀ ਦੀ ਆਰੰਭਤਾ ਹੀ ਇੱਕ ਤੋਂ ਹੁੰਦੀ ਹੈ ਤੇ ਸਾਰੀ ਦੀ ਸਾਰੀ ਬਾਣੀ ਫਿਰ ਉਹ ਇਸ ਇੱਕ ਦੀ ਪਰਿਕਰਮਾ ਕਰ ਰਹੀ ਹੈ। ਹੁਣ ਅੱਗੇ ਜਾ ਕੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ, ਗੱਲ ਇੱਕ ਨਾਲ ਹੀ ਜੁੜਦੀ ਪਈ ਹੈ, ਇੱਕ ਦੀ ਪਰਿਕਰਮਾ ਹੋ ਰਹੀ ਵਾਰ-ਵਾਰ। ਤੋ ਇੱਕ ਦੀ ਗੱਲ ਕੀਤੀ, ਪਰਮਾਤਮਾ ਦੀ ਗੱਲ ਕੀਤੀ ਹੈ। ਅਸੀਂ ਇੱਕ ਓਂਕਾਰ ਪੜ੍ਹਦੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਇੱਕ ਦੀ ਗੱਲ ਹੋਈ। ਇੱਕ ਦੇ ਨਾਲ ਫਿਰ ਉਹ ਇੱਕ, ਜਿਸ ਇੱਕ ਨੇ ਜਿਹੜੀ ਕੁਦਰਤ ਦਾ ਪਸਾਰਾ ਕੀਤਾ, ਉਸ ਕੁਦਰਤ ਦੀ ਗੱਲ ਹੋਈ ਹੈ।
ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ। ਪੜ੍ਹੋ, ਤੁਸੀਂ ਪੜ੍ਹਦੇ ਹੋ ਆਸਾ ਦੀ ਵਾਰ। ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ। ਕੁਦਰਤ ਦੀ ਗੱਲ ਪੜ੍ਹਦੇ ਆ ਨਾ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ। ਕੁਦਰਤ ਦੀ ਗੱਲ, ਇੱਕ ਦੀ ਗੱਲ ਹੋਈ, ਕੁਦਰਤ ਦੀ ਗੱਲ ਹੋਈ, ਤੇ ਉਸ ਇੱਕ ਵਿੱਚ ਅਭੇਦ ਕਰਨ ਵਾਲੇ ਗੁਰੂ ਦੀ ਗੱਲ ਹੋਈ ਹੈ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਇੱਕ ਦੀ ਗੱਲ ਹੋਈ, ਇੱਕ ਤੋਂ ਜਿਹੜੇ ਇੱਕ ਨੇ ਸਰਗੁਣ ਸਰੂਪ ਧਾਰਨ ਕੀਤਾ, ਜਿਹੜਾ ਆ ਕੁਦਰਤ ਬਣੀ, ਉਹਦੀ ਗੱਲ ਹੋਈ, ਤੇ ਗੁਰੂ ਦੀ ਗੱਲ ਹੋਈ। ਇਹਨੂੰ ਮੈਂ ਇੱਕ ਹੀ ਕੰਸੀਡਰ ਕਰ ਰਿਹਾ ਕਿਉਂਕਿ ਪਰਮਾਤਮਾ ਕੁਦਰਤ ਤੇ ਗੁਰੂ ਇਹ ਸਾਰੇ ਇੱਕਮਿਕ ਚੀਜ਼ਾਂ ਹੈ। ਕਿਉਂਕਿ ਪਰਮਾਤਮਾ ਜੋਤ ਰੂਪ ਚ ਨਿਰਗੁਣ ਸਰੂਪ ਹੈ ਤੇ ਕੁਦਰਤ ਰੂਪ ਦੇ ਵਿੱਚ ਸਰਗੁਣ ਸਰੂਪ ਹੈ। ਆਰਤੀ ਪੜ੍ਹਦੇ ਆ ਨਾ, ਪੜ੍ਹੋ ਆਰਤੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਸਹਿਸ ਮੂਰਤ ਨਨਾ ਏਕ ਤੋਹੀ। ਹੁਣ ਵੇਖੋ ਕਮਾਲ ਦੀ ਗੱਲ, ਮਹਾਰਾਜ ਕਹਿੰਦੇ ਨਿਰਗੁਣ ਸਰੂਪ ਦੀ ਗੱਲ ਕਰੀਏ ਰੱਬ ਜੀ ਤੇਰੀਆਂ ਕੋਈ ਅੱਖਾਂ ਨਹੀਂ, ਸਰਗੁਣ ਸਰੂਪ ਦੀ ਗੱਲ ਕਰੀਏ ਜਿੰਨੀਆਂ ਅੱਖਾਂ ਤੇਰੀਆਂ ਹੀ ਤਾਂ ਅੱਖਾਂ ਨੇ। ਨਿਰਗੁਣ ਸਰੂਪ ਦੀ ਗੱਲ ਕਰੀਏ ਤੇਰਾ ਕੋਈ ਨੱਕ ਨਹੀਂ, ਤੇ ਸਰਗੁਣ ਸਰੂਪ ਦੀ ਗੱਲ ਕਰੀਏ ਜਿੰਨੇ ਨੱਕ ਤੇਰੀ ਤਾਂ ਨੱਕ ਨੇ। ਨਿਰਗੁਣ ਸਰੂਪ ਦੀ ਗੱਲ ਕਰੀਏ ਤੇਰੇ ਕੋਈ ਪੈਰ ਨਹੀਂ ਕੋਈ ਕੰਨ ਨਹੀਂ, ਸਰਗੁਣ ਸਰੂਪ ਦੀ ਗੱਲ ਕਰੀਏ ਆ ਜਿੰਨੇ ਪੈਰ ਤੇਰੇ ਹੀ ਤਾਂ ਪੈਰ ਨੇ। ਤੋ ਤਾਂ ਕਰਕੇ ਮੈਨੂੰ ਇੱਕ ਹੀ ਕੰਸੀਡਰ ਕੀਤਾ ਵੀ ਨਿਰਗੁਣ ਸਰੂਪ ਸਰਗੁਣ ਸਰੂਪ ਤੇ ਗੁਰੂ ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਤੇ ਗੋਬਿੰਦ, ਗੁਰੂ ਪਰਮਾਤਮਾ 'ਚ ਕੋਈ ਫਰਕ ਹੀ ਨਹੀਂ ਹੈ। ਇਸ ਕਰਕੇ ਇੱਕ ਤਾਂ ਇਹ ਗੱਲ ਹੋਈ। ਦੂਜੀ ਗੱਲ, ਉਸ ਇੱਕ ਨੂੰ ਮਿਲਿਆ ਕਿਵੇਂ ਜਾਂਦਾ ਹੈ, ਉਸ ਇੱਕ ਤੱਕ ਪਹੁੰਚਣ ਦਾ ਰਸਤਾ ਕੀ ਹੈ, ਇਹਦੀ ਬੜੀ ਬਰੀਫ ਮਹਾਰਾਜ ਨੇ ਦਿੱਤਾ ਹੈ। ਪਹਿਲੀ ਪੌੜੀ 'ਚ ਹੀ ਪੜ੍ਹ ਲੈਂਦੇ ਹਾਂ ਨਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਇਹ ਹੁਣ ਤਰੀਕਾ ਹੀ ਦੱਸਿਆ ਨਾ ਸੱਚ 'ਚ ਕਿਵੇਂ ਅਭੇਦ ਹੋਣਾ ਹੈ, ਕਿਉਂਕਿ ਸੱਚ ਸੰਪੂਰਨ ਨਿਰਮਲਾ ਤੇ ਇਸ ਵਿੱਚ ਕੂੜ ਨਾ ਰਲਦਾ ਰਾਈ ਅੱਖੀ ਕੱਤ ਨਾ ਸੰਚਰੈ ਔਖਾ ਤਿਨ ਰੈਣ ਵਿਹਾਈ ਭੋਜਨ ਅੰਦਰ ਮੱਖ ਜਿਉ ਹੋਏ ਦੁਕੱਧਾ ਫੇਰ ਕਢਾਈ। ਕਹਿੰਦੇ ਉਹ ਰੱਬ ਸੱਚਾ ਹੈ, ਸੱਚ ਨੂੰ ਮਿਲਣਾ ਹੈ, ਸੱਚ ਹੀ ਬਣਨਾ ਪੈਣਾ ਹੈ। ਜਿਵੇਂ ਅੱਖ 'ਚ ਕੱਖ ਪੈ ਜਾਵੇ ਨਾ, ਰੜਕਦਾ, ਅੱਖ ਤੇ ਕੱਖ ਦਾ ਮੇਲ ਨਹੀਂ ਹੋ ਸਕਦਾ, ਦੁੱਧ ਤੇ ਕਾਂਜੀ ਦਾ ਮੇਲ ਨਹੀਂ ਹੋ ਸਕਦਾ, ਭੋਜਨ ਤੇ ਮੱਖੀ ਦਾ ਮੇਲ ਨਹੀਂ ਹੋ ਸਕਦਾ, ਕੂੜਿਆਰ ਤੇ ਸਚਿਆਰ ਦਾ ਮੇਲ ਨਹੀਂ ਹੋ ਸਕਦਾ। ਸੱਚ ਦੇ ਵਿੱਚ ਅਭੇਦ ਹੋਣਾ, ਸਚਿਆਰ ਹੋਣਾ ਹੀ ਪੈਣਾ ਹੈ। ਇਸ ਕਰਕੇ ਮਹਾਰਾਜ ਨੇ ਆ ਤਰੀਕਾ ਦੱਸਿਆ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੇ ਪਲ। ਜਾਂ ਆਪਾਂ ਪੜ੍ਹਦੇ ਹਾਂ, ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ। ਰੱਬ ਨੂੰ ਤਾਂ ਹੀ ਮੈਂ ਨਾ, ਤੁਸੀਂ ਬਾਣੀ ਦੀਆਂ ਗੱਲਾਂ ਕਰ ਰਹੇ, ਮੈਂ ਇਸੇ ਕਰਕੇ ਸੁਬਾਹ ਗੱਲ ਕੀਤੀ ਸੀ, ਚੁਟਕਲੇ ਹੁਣ ਵਾਧੂ ਕਰ ਲਏ, ਹੁਣ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ, ਹੁਣ ਆਪਾਂ ਬਾਣੀ ਪੜ੍ਹਨੀ ਬਸ। ਤੇ ਹੁਣ ਉਹ ਲੈਵਲ ਬਣਾਇਓ। ਤੋ ਸਤਿਗੁਰੂ ਜੀ ਕਾਰਨ ਤਰੀਕਾ ਦੱਸਦੇ ਪਏ ਰੱਬ 'ਚ ਅਭੇਦ ਕਿਵੇਂ ਹੋਣਾ। ਸੁਣ ਸਖੀਏ, ਇਹ ਭੈਣੇ ਸੁਣ। ਤਾਂ ਹੀ ਅੱਜ ਸੁਬਾਹ ਬਾਪੂ ਜੀ ਗੱਲ ਕਰਦੇ ਪਏ ਸੀ, ਦੀਦੀ ਸ਼ਬਦ ਨਹੀਂ ਹੈਗਾ ਗੁਰਬਾਣੀ 'ਚ, ਭੈਣ ਸ਼ਬਦ ਬੜੀ ਵਾਰੀ ਆਇਆ। ਆਓ ਭੈਣੇ ਗੱਲ ਮਿਲੇ ਜਾਂ ਪੜ੍ਹਦੇ ਹਾਂ, ਸੁਣ ਸਖੀਏ, ਸਖੀਏ ਸ਼ਬਦ ਆਇਆ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਇਹ ਆ ਰੱਬ ਨੂੰ ਮਿਲਣ ਦੀ ਆ ਨਿਸ਼ਾਨੀ ਹੈ ਕਿ ਮਨ ਤਨ ਅਰਪ ਤਜ ਲਾਜ ਲੋਕਾਨੀ। ਰੱਬ ਨੂੰ ਮਿਲਣਾ ਹੀ ਤੇ ਮਨ ਤੇ ਤਨ ਇੱਥੇ ਸੌਂਪ ਦੇ ਤੇ ਲੋਕਾਂ ਦੀ ਪ੍ਰਵਾਹ ਛੱਡ ਦੇ। ਲੋਕਾਂ ਦੀ ਪ੍ਰਵਾਹ ਕੀਤਿਆਂ ਨਹੀਂ ਰੱਬ ਮਿਲਣਾ। ਜੇ ਆ ਹੀ ਦੇਖਦਾ ਰਹਿ ਗਿਆ, ਮੇਰੇ ਕੱਪੜੇ ਕਿਵੇਂ ਦੇ ਲੱਗਦੇ ਪਏ ਆ, ਮੈਂ ਸੋਹਣਾ ਜਿਹਾ ਦਿਖਦਾ ਪਿਆ ਨਾ। ਅਸੀਂ ਵੇਖੋ ਆਹ ਫੀਲਿੰਗਸ ਜਿੰਨੀ ਦੇਰ ਤੱਕ ਰਹਿ ਗਈਆਂ ਨਾ, ਜਿੰਨੀ ਦੇਰ ਤੱਕ ਅਸੀਂ ਲੋਕਾਂ ਨੂੰ ਦਿਖਾਉਣ ਲਈ ਵਿਚਰਦੇ ਪਏ ਆ, ਮਹਾਰਾਜ ਕਹਿੰਦੇ ਰੱਬ ਨਹੀਂ ਮਿਲੇਗਾ, ਰੱਬ 'ਚ ਭੇਦ ਨਹੀਂ ਹੋਵਾਂਗੇ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਕੀ ਨਿਸ਼ਾਨੀ ਰੱਬ ਨੂੰ ਮਿਲਣ ਦੀ? ਮਨ ਤਨ ਅਰਪ, ਇੱਕ ਤਾਂ ਮਨ ਤਨ ਸੌਂਪ ਦੇ, ਦੂਜਾ ਕੀ ਹੈ ਤਜ ਲਾਜ ਲੋਕਾਨੀ, ਲੋਕਾਂ ਦੀ ਪ੍ਰਵਾਹ ਛੱਡ ਦੇ। ਜਿਹੜੇ ਇਸ ਰਸਤੇ ਤੇ ਤੁਰੇ ਆ ਨਾ, ਉਹਨਾਂ ਨੇ ਲੋਕਾਂ ਦੀ ਪ੍ਰਵਾਹ ਛੱਡਤੀ ਹੈ। ਉਹ ਫਿਰ ਇਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਲੋਕ ਕੀ ਕਹਿੰਦੇ ਆ, ਕੋਈ ਆਖੇ ਭੂਤ ਨਾ
को कहे बेताला कोई आखे आदमी नानक विचारा। फिर उन्होंने नहीं परवाह की कोई भूतना कहता बेताला कहता कोई जो मर्जी कही जाए। पर इत्थे हुण आपां क्योंकि ये विशा विचारते पे हैं 10 मिनट का समा है, सारा विशा मैं संकोचना चाहुंदा। पर एक गल मैं इत्थे जरूर करनी चाहुंदा, रब नूं मिलण दा तरीका दस्सिआ है। पर इत्थे मैनूं एक सवाल याद आ गया, मैनूं याद है मैं तुसीं कहोगे अपनी यूनीवर्सिटी दीयां गल्लां करदा, पर उदों मतलब वो समा सी जदों मैं बहुत कुछ सिੱਖਿਆ। क्योंकि उदों मैं गुरुद्वारा साहिब विच रहिंदा रहा तो उत्थों ही कथा मैं करनी शुरू की है। महाराज ने गुरु साहब की सेवा दी। उत्थे मैं कॉलेज जाता सी ते कॉलेज दे विच एक साडा प्रोफैसर सी ते वो थोड़ा जिहा मतलब नास्तिक बिरती वाला सी ते उन्हें एक तर्क कीता सी, एक गल कीती, दो गल्लां कीतियां, मैं दोनों ही तुहानूं दस्सांगा। वो कहंदा भी घोड़ियां गड्डियां वाले समयां दे विच जिहड़े ग्रंथ तैयार कीते गए उन्हां दी वैलिडिटी अज की है, अज किवें वो वैलिड ने। भी जिहड़े ग्रंथ उस समय उचारण होए जदों घोड़ियां गड्डियां दीयां गल्लां हुंदियां सी, अज जहाज़ां ते पहुँच गई, रॉकेट्स ते पहुँच गई, सैटेलाइट्स ते पहुँच गई दुनिया, तो अज भी उन्हां ग्रंथां की गल करदे हो। तो गुरु साहब ने उदों सोझी दित्ती ते उन्हां उस प्रोफैसर नूं, क्योंकि चलो मैं बहुत छोटा सी, पर उन्होंने एक जवाब दिता सी कि भावें ये ग्रंथ उन्हां समयां च उचारण होए है, पर ये याद रखियो ये ग्रंथ घोड़ियां ते गड्डियां दियां ही गल्लां नहीं करदा। ये पावन ग्रंथ कुछ रुकावटां दियां गल्लां करदा है, कुछ सफ़र दियां गल्लां करदा है। ये याद रखियो काम उदों भी रुकावट बनदा ही सी, काम अज भी रुकावट है। ठीक है, घोड़ियां गड्डियां तो असीं जहाज़ां ते आए होवांगे, पर काम उदों भी हैगा सी, काम अज भी हैगा है। हंकार उदों भी सी, हंकार अज भी है। लोभ उदों भी सी, लोभ अज भी है। तो जे मुश्किलां उदों भी उही सन, मुश्किलां अज भी उही ने, उन्हां मुश्किलां तो बचण लई उदों भी वो बोल सी, अज भी उही बोल काम आउणे है। इसे करके आपां कहने आ जुगो जुग अटाले गुरु ग्रंथ साहिब। ये समयां दे नाल इहदी वैलिडिटी खत्म नहीं होनी, दुनिया मुक जूगी पर इन्हें सदा वैलिड रहना है, ये भरोसा रखियो। एक होर सवाल उन्होंने किया सी, कहंदे तुसीं रब मिलण दीयां गल्लां करदे हो, एक पासे तां पढ़दे हो सब गोबिंद है, सब गोबिंद है, गोबिंद बिन नहीं कोई, हर थां ते रब ही है, रब तुहाडे च भी है। तो जे रब साडे च ही है, हर थां ते ही रब है, भी रब नूं मिलण दी गल तां करिए ना जे रब तो असीं बड़े विछड़े होईए। आपां विछड़न दीयां गल्लां करदे आ ना, तो मिलण दी हुण मान लो असीं मिल बापू जी वार वाल गल्लां करदे ना, असीं मिलन आए, इस करके उन्हां दी महिमा दसी आ। 3 गल्लां हो गईयां। चौथी गल की है कि उस वाहिगुरू जी तो विछड़न दे वसीले की ने, किवें विछड़ जाने असीं, किवें मन सौ जांदा है। फिर उत्थे गल्लां कीतियां ना, कामी क्रोधी चातुरी बाजी गरबे काम, निंदा करते जन्म सरानो कबहू ना सिमरियो राम। निंदा सानू वाहिगुरू तो विछोड़दी है, ये वसीला है रब तो विछड़न दा। काम सानू वाहिगुरू तो विछोड़दा है, वकार सानू वाहिगुरू तो विछोड़दे ने। तो ये वसीले दसे भी जिन्ना चीज़ां दे करके असीं रब तो विछड़ जाने आ, मन सौ जांदा है, इन्हां तो बचना है। तो एक ये गल कीती गई है। फिर अगली गल, जिहड़े हुण विछड़ गए आ, इस माया च पै के वकारां च पै के विछड़ गए आ, फिर उन्हां दी हालत दसी भी वेखो जे विछड़ोगे ना आ कुछ बन जू तुहाडे नाल। असंख मूर्ख अंध घोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार। तो गल करती ना उन्हां दी जिहड़े विछड़े होए आ, एवें भड़कदे फिरदे आ। तो ये गल्लां जिहड़ियां गुरबाणी दे विच कीतियां गईयां, असीं जे अज गुरु ग्रंथ साहिब जी नूं मनाउने पे आ ना, याद करते पे आ। देखो आए साल असीं मनाउने आ, सिर्फ 1 मिनट रह गया तो मैं उस 1 मिनट च इक्को ही गल करके फतेह बुलाउणी है। आए साल असीं गुरु ग्रंथ साहिब का प्रकाश पुरब मनाउने आ, गुरु नानक साहिब का गुरपुरब मनाउने, गुरपुरब मनाए जाते हैं। गुरपुरब मनाउण तो बाद उत्थे ही नहीं छड्ड देना असीं। आए साल जदों असीं गुरपुरब मनाउने आ, पहले प्रकाश दिहाड़े मनाउने आ ना, हर वारी ये एहसास करिया करो पिछले साल मैं कित्थे खड़ा सी, अज मैं कित्थे खड़ा। तो जे उत्थे ही खड़ा सी फिर की मकसद आ साडे गुरपुरब मनाउण दा। जे मैं उस तो भी पिछे डिग गया, एहसास करिया करो भी की मैं इंप्रूव किया। असी बच्चों तो उम्मीद लाई है भी ये फस्ट तो सैकेंड च होया है, सैकेंड तो थर्ड च होया है, थर्ड तो फोर्थ च होया, इन्हें 10वीं पास कर ली है, 12वीं चो पास हो गया है। जे बच्चा पास ना हो खड़ जाए तो असी कह देंगे ना नकम्मा जा बच्चा, कहने आ ना,
तेरे तो दूजी पास नहीं हुंदी पई, 10वीं पास नहीं हुंदी। ते जिहड़ी क्लास दे विच असीं पिछले साल सी, अजे असीं किते उसे क्लास 'च तां नहीं बैठे। पिछले साल भी जपजी साहिब पढ़दे एक भी तुक नहीं सी समझ लगदी, अज भी एक ओंकार भी नहीं समझ लगन दिया। प्रमोशन होई कि नहीं साडी? कंपनियां 'च असीं काम करदे आ, 5 साल साडी प्रमोशन ना होवे बड़ा फील करदे आ भी मैनूं प्रमोट नहीं करदा पिया। ते भलिया कंपनी विच प्रमोशन नहीं होई तैनूं दुख हुंदा है, आ गुरु घर 'च तेरी प्रमोशन होई अध्यात्मक तौर ते, कोई वधदा पिया, एक अद्धी पौड़ी अगे चढ़िया कि नहीं चढ़िया, ये एहसास करिए असीं। और ये ध्यान रखियो, आ सहूलतां तां दित्तियां बापू जी जिवें कह रहे सी ना पहिलां कि गुरद्वारे विच आउणा केवल मकसद रोटी खाण दा ही नहीं है, लंगर छकण दा भी तां ही हक है जे असीं कुछ इत्थों लैके भी गए आ। ते मैं कहना भी अपने बच्चों वाल ही वेख लिया करो, तुसीं बच्चे नूं लंच बॉक्स दे के भेजदे हो ते बच्चा कल्ला रोटी खा के मुड़ आया करे, कुछ पढ़े ही ना, ते तुसीं उहनूं प्रवान कर लोगे? आ सारियां बीबियां बैठियां, तुसीं दसो बच्चे नूं लंच बॉक्स दे के भेजिया है ते बच्चा कल्ला रोटी खा के आ जांदा है, पानी पी के आ जांदा है, पर कुछ पढ़ लिख के नहीं आउंदा। असीं की कहने आ भी की फायदा तेरी रोटी खाण दा? बच्चा 4 साल कॉलेज विच ला आया, कुछ पास हो के नहीं आया, खर्चा करके आ गया, तो असीं कह दिंदे ना भी एवें गवाया। ते असीं केवल आ गुरु घर दे लंगर छक ले, पर जिहड़ा शब्द गुरु दा लंगर वरत रिहा ਉਹਦੇ ਵੱਲ ਅਸੀਂ ਕਿੰਨਾ ਕੁ ਧਿਆਨ ਦਿੰਦੇ ਹਾਂ। ਇਸ ਕਰਕੇ ਆਓ ਜੇ ਅਸੀਂ ਗੁਰਪੁਰਬ ਮਨਾ ਰਹੇ ਹਾਂ, ਉਸ ਸ਼ਬਦ ਗੁਰੂ ਨਾਲ ਜੁੜੀਏ ਤੇ ਜੋ ਕੁਝ ਸਾਡੇ ਗੁਰੂ ਸਾਹਿਬ ਨੇ ਸਮਝਾਇਆ ਹੈ ਉਹਨੂੰ ਆਪਣੇ ਜੀਵਨ ਤੇ ਧਾਰਨ ਵੀ ਕਰੀਏ। ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਮੇਰੇ ਕੋਈ ਬਹੁਤੇ ਵੱਡੇ ਤਜਰਬੇ ਨਹੀਂ ਹੈਗੇ, ਕੋਈ ਬਹੁਤਾ ਮੈਨੂੰ ਬਾਹਲੀ ਪ੍ਰਮੋਸ਼ਨਸ ਤਾਂ ਮਿਲੀਆਂ ਨਹੀਂ ਇੱਥੇ, ਪਰ ਜਿੰਨਾ ਕੁ ਵੀ ਸਤਿਗੁਰਾਂ ਨੇ ਸੋਝੀ ਬਖਸ਼ੀ ਉਹਨਾਂ ਕੁ ਕਹਿ ਸਕਿਆ, ਤੇ ਉਹਦੇ 'ਚ ਵੀ ਬੜੀਆਂ ਭੁੱਲਾਂ ਕੀਤੀਆਂ ਨੇ ਤੇ ਸਤਿਗੁਰੂ ਬਖਸ਼ਿੰਦ ਨੇ ਬਖਸ਼ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਪਿਆਰੀ ਸਾਧ ਸੰਗਤ ਜੀ, ਕੀ ਤੁਸੀਂ ਐਡੇ ਵੱਡੇ ਗਿਆਨ ਦਾ ਮੁੱਲ ਦੇ ਸਕਦੇ ਹੋ? ਐਸੇ ਉਮਰ ਵਿੱਚ ਤੁਹਾਡਾ ਕਿਹੜਾ ਬੱਚਾ ਜਿਹੜੇ ਇਸ ਸਿਖਰ ਤੱਕ ਪਹੁੰਚਿਆ? ਜ਼ਰਾ ਸੋਚਿਓ, ਇਹ ਵੀ ਗੱਲ ਸੋਚਿਓ ਕਿ ਜਿਹੜਾ ਸਾਡਾ ਇੱਕ ਬੱਚਾ ਇਸ ਉਮਰ ਵਿੱਚ ਇਸ ਅਵਸਥਾ ਤੱਕ ਪਹੁੰਚ ਗਿਆ, ਜੇ ਇਹ ਅਵਸਥਾ ਕਾਇਮ ਰਹੇ ਤਾਂ ਸੱਚ ਜਾਣੋ ਇਸ ਅਵਸਥਾ ਦਾ ਸਿਖਰ ਜਿਹੜਾ ਉਸ ਨੂੰ ਕੋਈ ਸਮਝ ਨਹੀਂ ਸਕੇਗਾ। BA ਦੀ ਕੁਆਲੀਫਿਕੇਸ਼ਨ ਹੁੰਦੀ ਹੈ, MA ਦੀ ਕੁਆਲੀਫਿਕੇਸ਼ਨ ਹੁੰਦੀ ਹੈ, PhD ਡਿਗਰੀ ਹੁੰਦੀ ਆ, ਪਰ ਜਿਸ ਇਨਸਾਨ ਨੂੰ ਆਤਮਿਕ ਗਿਆਨ ਦੀ ਡਿਗਰੀ ਮਿਲ ਜਾਏ ਉਹ ਇਨਸਾਨ ਦੇ ਉਹਦੇ ਬਰਾਬਰ ਕੋਈ ਹੋਰ ਡਿਗਰੀ ਨਹੀਂ। ਔਰ ਡਿਗਰੀ ਕੌਣ ਦਿੰਦਾ ਹੈ? ਡਿਗਰੀ ਕੋਈ ਮਨੁੱਖ ਨਹੀਂ ਦਿੰਦਾ। ਸਿਰੋਂ ਪਾਓ ਕੋਈ ਮਨੁੱਖ ਨਹੀਂ ਪਾਉਂਦਾ। ਤੁਹਾਡੇ ਸਿਰੋਂ ਪਾਓ ਕਿਸ ਨੇ ਪਾਉਣੇ ਨੇ? ਜਿਸ ਮਾਲਕ ਦੀ ਤੁਸੀਂ ਰੋਜ਼ ਉਸਤਤ ਕਰਦੇ ਹੋ, ਜਿਹਦਾ ਤੁਸੀਂ ਨਾਮ ਜਪਦੇ ਹੋ, ਜਿਹੜਾ ਸਿਮਰਨ ਕਰਦੇ ਹੋ। ਮੈਂ ਇੱਕ ਤੁਹਾਡੇ ਨਾਲ ਸਾਂਝ ਕੀਤੀ ਸੀ, ਮੇਰੀ ਛੋਟੀ ਪੋਤਰੀ ਨੇ ਕੁਝ ਲੈਕਚਰ ਸੁਣ ਕੇ ਉਹਨੇ ਆਪਣਾ ਆਰਟ ਵਰਕ ਕਰਕੇ ਦਿਖਾ ਲਿਆ। ਆਰਟ ਵਰਕ ਬੜੀ ਸਿਆਣੀ ਹੈ, ਸਾਰਾ ਮਿਊਜ਼ਿਕ ਉਹਨੂੰ ਹੁੰਦਾ ਹੈ, ਗੁਰਬਾਣੀ ਦਾ ਵੀ, ਅਤੇ ਜਿਹੜਾ ਬਾਹਰਲੇ ਵੈਸਟਰਨ ਕਲਚਰ ਦਾ ਮਿਊਜ਼ਿਕ ਉਹ ਵੀ ਸਾਰਾ ਜਾਣਦੀ ਹੈ। ਅਤੇ 5 ਫੁੱਟ 7 ਇੰਚ ਉੱਚੀ ਹੈ ਅਤੇ ਦਸਤਾਰ 'ਚ ਜਾ ਕੇ 8 ਇੰਚ ਹੋ ਜਾਂਦੀ ਹੈ। ਅਤੇ 400 ਬੰਦੇ 'ਚ ਉਹ ਇਸ ਲਈ ਆਪ ਖੁਦ ਮਿਊਜ਼ਿਕ ਸਿਖਾਉਂਦੀ ਹੈ ਗੋਰੇ ਲੋਕਾਂ ਨੂੰ ਐਜ਼ ਏ ਸਿੱਖ। ਔਰ ਉਹਦੇ ਵੱਲ ਦੇਖ ਦੇਖ ਕੇ ਗੋਰੇ ਲੋਕ ਵੀ ਕਹਿੰਦੇ ਨੇ ਵੀ ਆਰ ਆਲ ਪ੍ਰਾਊਡ ਆਫ ਦੈਟ ਗਰਲ। ਸਾਨੂੰ ਮਾਣ ਹੈ ਕਿ ਉਹ ਸਾਨੂੰ ਕਿੰਨਾ ਸੋਹਣਾ 20 ਸਾਲ ਦੀ ਉਮਰ 'ਚ ਇੰਨਾ ਕੁਝ ਸਿੱਖ ਲਿਆ। ਉਹਨੇ ਕੀ ਕੀਤਾ, ਕੰਧ ਦੇ ਉੱਤੇ ਜੋ ਕੁਝ ਉਹਨੇ ਸਿੱਖਿਆ ਸੀ ਉਹਨੂੰ ਬਾਹਰ ਕੱਢਿਆ। ਉਹਨੇ ਕੰਧ ਦੇ ਉੱਤੇ ਇੱਕ ਵੱਡੇ ਸਾਰੇ ਪੇਪਰ ਉੱਤੇ ਇੱਕ ਓਂਕਾਰ ਲਿਖ ਦਿੱਤਾ। ਇੱਕ ਓਂਕਾਰ ਲਿਖ ਕੇ ਤੈਨੂੰ ਸਰਕਲ ਕਰ ਦਿੱਤਾ ਦੁਆਲੇ। ਇਹ ਬੜੀ ਸੋਚਣ ਵਾਲੀ ਗੱਲ ਹੈ। ਸਰਕਲ ਕੀਤਾ। ਉਹਨੇ ਕੀ ਲਿਖਿਆ? ਇੱਕ ਪਾਸੇ ਲਿਖਿਆ ਮੀ, ਦੂਜੇ ਪਾਸੇ ਲਿਖਿਆ ਗੋਡ, ਵਿਦਨ ਦੈਟ ਸਰਕਲ। ਜਦੋਂ ਮੈਨੂੰ ਪੁੱਛਿਆ ਕਿ ਤੂੰ ਇਹ ਕੀ ਲਿਖਿਆ ਹੈ, ਇਹਦਾ ਮੀਨਿੰਗ ਕੀ ਆ, ਇਹਦਾ ਮਤਲਬ ਕੀ ਹੈ, ਇਹਦਾ ਆਈਡੀਆ ਕੀ ਹੈ, ਸਿਧਾਂਤ ਕੀ ਹੈ? ਉਸਨੇ ਆਖਿਆ ਬਾਬਾ ਜੀ ਜੋ ਕੁਛ ਮੈਂ ਪੜ੍ਹਿਆ ਮੂਲ ਮੰਤਰ ਵਿੱਚੋਂ, ਜੋ ਕੁਝ ਮੈਂ ਪੜ੍ਹਿਆ ਜਪਜੀ ਸਾਹਿਬ ਵਿੱਚੋਂ, ਮੈਨੂੰ ਇਹ ਪਤਾ ਲੱਗਾ ਕਿ ਮੇਰੇ ਵਿੱਚ ਸੁਣੇ ਚੰਗੇ ਬਹਿ ਜਾਓ ਜਰਾ 10 ਮਿੰਟ, ਮੇਰੇ ਵਿੱਚ ਵਾਹਿਗੁਰੂ ਹੈ ਅਤੇ ਵਾਹਿਗੁਰੂ ਵਿੱਚ ਮੈਂ ਹਾਂ।
आई एम विद गॉड एंड गॉड इज विद मी। मैं रब विच हाँ तो रब मेरे विच है। मैं रब तो वखरी नहीं हो सकती। सुनो लोगो, तुसी रब तो वखरे नहीं हो सकते, तो रब तो वखरा नहीं हो सकता। ये किन सानू सिखाया? ये सानू नानक ने सिखाया कि यू कैन नॉट द क्रिएटर एंड द क्रिएशन इज इन द क्रिएटर एंड द क्रिएटर इज इन द क्रिएशन। यू कैन नॉट बी सैपरेटेड फ्रॉम द क्रिएशन। ਜਦੋਂ ਅਸੀਂ ਇਹ ਗੱਲ ਪੜ੍ਹਦੇ ਹਾਂ ਤੇ ਸਾਡੇ ਦਿਮਾਗ 'ਚ ਕੁਝ ਹੋਰ ਹੋਇਆ। ਤੁਸੀਂ ਕਦੀ ਦਿਮਾਗ ਸੋਚਿਆ, ਆਪਣਾ ਬ੍ਰੇਨ ਨੂੰ ਕਦੀ ਛਾਣਬੀਣ ਕੀਤੀ ਇਹਦੇ 'ਚ ਕੀ ਹੈਗਾ? ਇਸ ਬ੍ਰੇਨ ਵਿੱਚ ਜੋ ਕੁਝ ਤੁਹਾਡੇ ਹੈ ਉਹਦਾ ਤਰਤੀਬ ਕਿਵੇਂ ਦਿੱਤੀ, ਉਹਦਾ ਸੈਂਟਰ ਕਿਵੇਂ ਬਣਾਇਆ, ਉਸ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ, ਕਿਹੜੀ ਸ਼ਕਤੀ ਤੁਹਾਡੇ ਅੰਦਰ ਵਰਕ ਕਰਦੀ ਹੈ ਜਿਹੜੀ ਬਾਰ-ਬਾਰ ਤੁਹਾਨੂੰ ਅਨੇਕਾਂ ਗੁਣਾਂ ਦੇ ਨਾਲ ਭਰਪੂਰ ਕਰ ਦਿੰਦੀ ਹੈ। ਉਹ ਜੋ ਸ਼ਕਤੀ ਤੁਹਾਡੇ ਕੰਮ ਕਰਦੀ ਹੈ ਉਹ ਕਿੰਨੀਆਂ ਭਲਾ? ਬੋਲੋ ਕਿੰਨੀਆਂ ਸ਼ਕਤੀਆਂ? ਕਿੰਨੀਆਂ ਸ਼ਕਤੀਆਂ ਸਾਡੇ? ਸਿਰਫ ਇੱਕ। ਔਰ ਸਾਰੀ ਸ੍ਰਿਸ਼ਟੀ ਦੀ ਰਚਨਾ ਬੜੀ ਖਿਲਰੀ ਹੋਈ ਆ, ਅਨੇਕਾਂ। ਕੋਈ ਧਿਆਨ ਨਾ ਦਿਓ ਬੱਚਿਆਂ ਵਾਲਾ, ਲੈਟ them play themselves। ਖੇਲਣ ਦਿਓ ਉਹਨਾਂ ਨੂੰ ਕੁਝ ਨਹੀਂ ਪਤਾ। ਉਹਨਾਂ ਨੂੰ ਇੱਕੋ ਹੀ ਪਤਾ ਕਿ ਆਪਾਂ ਆਲਾ ਦੁਆਲਾ ਦੇਖਣਾ, ਉਹਨੂੰ ਟੈਸਟ ਕਰਨਾ ਉਹਨਾਂ ਨੇ। ਕਿਉਂਕਿ ਬੱਚਾ ਜਿਹੜਾ ਆ ਉਹਦਾ ਦਿਮਾਗ ਹਰ ਚੀਜ਼ ਨੂੰ ਟੈਸਟ ਕਰਦਾ। ਔਰ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਅਸੀਂ ਕਿ ਚੈੱਕ ਕਰ ਲਓ ਕੀ ਕੁਛ ਤੁਹਾਡੇ ਆਲੇ ਦੁਆਲੇ ਹੈ। ਜੋ ਅੱਜ ਉਹ ਚੈੱਕ ਕਰਨਗੇ, ਕੱਲ੍ਹ ਨੂੰ ਸਾਡੇ ਕੰਮ ਵੀ ਆਉਣਗੇ ਉਹ। ਔਰ ਜਦੋਂ ਸਾਡੇ ਕੰਮ ਆਉਣਗੇ ਤੇ ਸਦਾ ਤਾਂ ਆਪਾਂ ਰਹਿਣਾ ਨਹੀਂ, ਕੱਲ੍ਹ ਨੂੰ ਇਹਨਾਂ ਨੇ ਸਾਡੀ ਜਗ੍ਹਾ 'ਤੇ ਆਉਣਾ। ਸੋ ਖੈਰ, ਮੈਂ ਦੱਸਣਾ ਚਾਹੁੰਦਾ ਸੀਗਾ ਕਿ ਇੱਕ ਤੋਂ ਹੀ ਸਾਰੀ ਅਨੇਕਤਾ ਹੋਈ ਹੈ, ਇੱਕ ਤੋਂ। ਔਰ ਸਾਰੀ ਅਨੇਕਤਾ ਵਿੱਚ ਕੀ ਹੈਗਾ? ਇੱਕ। ਹੁਣ ਚਲੋ ਮੈਂ ਖੜਾ ਇੱਥੇ, ਮੈਂ ਖੜਾ ਹਾਂ, ਜੋ ਮੇਰੇ ਛੋਟੇ ਬੱਚੇ ਛੋਟੇ ਖੜੇ ਆ। ਜਦੋਂ ਮੈਂ ਗੁਰਦਾਸਪੁਰ ਵਿੱਚ ਇੱਕ ਸਕੂਲ 'ਚ ਲੈਕਚਰ ਦਿੱਤਾ ਤਾਂ ਇੱਕ ਲੜਕੀ ਨੇ ਬਹੁਤ ਸੋਹਣੀ ਗੱਲ ਆਖੀ। ਉਹ ਕਹਿਣ ਲੱਗੀ, ਮੈਂ ਘਰ ਜਾ ਕੇ ਮਹਿਸੂਸ ਕੀਤਾ, ਬਲਕਿ ਮੈਂ ਦੇਖਿਆ। ਕੀ ਦੇਖਿਆ ਉਸਨੇ? ਕਹਿੰਦੀ ਬਾਬਾ ਜੀ ਮੈਨੂੰ ਇਉਂ ਮਹਿਸੂਸ ਹੋਇਆ ਕਿ ਸਾਰੇ ਬ੍ਰਹਮੰਡ ਵਿੱਚ ਮੈਂ ਮੌਜੂਦ ਹਾਂ। ਇੱਕੋ ਹੀ ਗੱਲ ਮੈਂ ਪੜ੍ਹ ਲਈ ਕਿ ਵਾਹਿਗੁਰੂ ਸਾਨੂੰ ਬਣਾ ਸਕਦਾ ਹੈ, ਪਰ ਅਸੀਂ ਵਾਹਿਗੁਰੂ ਨੂੰ ਨਹੀਂ ਬਣਾ ਸਕਦੇ। ਸਿਰਫ ਇੰਨਾ ਫਰਕ ਹੈ। ਰੱਬ ਸਾਨੂੰ ਬਣਾ ਸਕਦਾ ਹੈ, ਪਰ ਰੱਬ ਨੂੰ ਅਸੀਂ ਬਣਾ ਨਹੀਂ ਸਕਦੇ। ਫਿਰ ਉਸਨੇ ਇੱਕ ਬਹੁਤ ਵਧੀਆ ਗੱਲ ਆਖੀ। ਕਹਿੰਦੀ ਅਗਰ ਅਸੀਂ ਕਰੈਕਟਰ ਨੂੰ, ਆਪਣੇ ਚਾਲ ਚਲਣ ਨੂੰ, ਅਸੀਂ ਆਪਣੇ ਜ਼ਿੰਦਗੀ ਦੇ ਅਸੂਲਾਂ ਨੂੰ ਉੱਚ ਤੱਕ ਲਿਜਾਣਾ, ਉਚੇਚਾ, ਤਾਂ ਇੱਕੋ ਇੱਕ ਦੁਨੀਆ 'ਚ ਸ਼ਕਤੀ ਹੈ ਜਿਸ ਕੋਈ ਬਹੁਤ ਵੱਡਾ ਕਰੈਕਟਰ ਹੈ, ਉਹ ਹੈ ਵਾਹਿਗੁਰੂ ਦੀ ਸ਼ਕਤੀ। ਉਹ ਸ਼ਕਤੀ ਰਾਹੀਂ ਅਸੀਂ 5 ਵਿਕਾਰਾਂ ਤੋਂ ਛੁੱਟੀ ਪਾ ਸਕਦੇ ਹਾਂ। 5 ਵਿਕਾਰ ਜਦੋਂ ਤੁਹਾਡੇ ਛੁੱਟ ਗਏ, ਕੀ ਹੋਵੇਗਾ? ਦੀਵਾ ਬਲੇ, ਕੀ ਬੋਲੋ? ਦੀਵਾ ਬਲੇ, ਬੋਲੋ ਜੀ, ਦੀਵਾ ਬਲੇ। ਤੇ ਆਪਾਂ ਕਰਨਾ ਕੀ ਹੈ ਇੱਥੇ? ਦੀਵਾ ਜਗਾਉਣਾ ਨਾ, ਹੋਰ ਤਾਂ ਗੱਲ ਹੀ ਕੋਈ ਨਹੀਂ। ਤਾਂ ਦੀਵਾ ਕੀ ਆ? ਗੁਰਬਾਣੀ। ਗੁਰਬਾਣੀ ਸਾਡੀ ਕੀ ਆ? ਲਾਈਟ। ਹਨੇਰੇ ਵਿੱਚ ਸਾਨੂੰ ਕੁਝ ਦਿਸਦਾ ਨਹੀਂ, ਹਨੇਰੇ ਵਿੱਚ ਸਾਨੂੰ ਕੁਝ ਨਹੀਂ ਦਿਸਦਾ, ਪਰ ਜਦ ਲਾਈਟ ਔਨ ਕਰ ਦਿੱਤੀ ਫਿਰ ਸਾਨੂੰ ਸਭ ਕੁਝ ਹੀ ਦਿਸਦਾ। ਸੋ ਇਸ ਕਰਕੇ ਇੱਕ ਹੋਰ ਬੇਨਤੀ ਮੈਂ ਤੁਹਾਨੂੰ ਕਰਨੀ ਸੀ, ਕਿਉਂਕਿ ਜੋ ਮੌਕਾ ਮਿਲਿਆ ਇਹ ਬੱਚੇ ਨੇ ਸਾਨੂੰ ਬਹੁਤ ਕੁਝ ਨਵੀਆਂ ਗੱਲਾਂ। ਅਗਿਆਨਤਾ ਦਾ ਹਨੇਰਾ ਮੌਜੂਦ ਹੈ। ਜਿਸ ਗੁਰੂ ਦੇ ਪਾਸ ਅਸੀਂ ਉਹਨਾਂ ਦਾ ਦਿਨ ਮਨਾਇਆ ਅੱਜ, ਜਾਂ ਮਨਾ ਰਹੇ ਹਾਂ ਕੱਲ੍ਹ ਨੂੰ ਵੀ, ਆਪਣੇ ਸਾਰੇ ਨਗਰ 'ਚ ਮਨਾ ਰਹੇ ਹਾਂ। ਅਸੀਂ ਛੱਡਦੇ ਹੀ ਅੱਜ ਤੋਂ 5000 ਸਾਲ ਪਹਿਲਾਂ ਦੀ ਬਿਮਾਰੀ ਲੱਗੀ, ਜਿਹੜੀ ਸਾਨੂੰ ਉਹ ਬਿਮਾਰੀ ਇਸ ਕਰਕੇ ਲੱਗੀ ਕਿ ਅਸੀਂ ਆਪਣੇ ਗੁਰੂ ਨੂੰ ਫੋਲਿਆ ਨਹੀਂ। ਕਿਹੜੀ ਬਿਮਾਰੀ ਲੱਗੀ ਆ? ਜਾਤ ਪਾਤ ਦੀ, ਰੰਗ ਦੀ, ਨਸਲ ਦੀ, ਉੱਚੇ ਨੀਵੇਂ ਦੀ। ਤੇ ਗੁਰੂ ਸਾਹਿਬ ਕੀ ਕਹਿੰਦੇ? ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ, ਫਿਰ ਜਾ ਕੀ ਛੋਟ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਟਰੇ, ਨੀਚੇ ਊਚ ਕਰੇ ਮੇਰਾ ਗੋਬਿੰਦ। ਕਿੰਨੀ ਵਾਰੀ ਪੜ੍ਹ ਲਿਆ ਆਪਾਂ? ਕਿੰਨੀ ਵਾਰੀ ਪੜ੍ਹਿਆ ਸੀ? ਨੀਚੇ ਊਚ ਕਰੇ ਮੇਰਾ। ਉਹ ਕਿਹਨੂੰ ਉੱਚਾ ਕਰਦਾ? ਜਿਹਨੂੰ ਅਸੀਂ ਨੀਚ ਕਹਿੰਦੇ ਹਾਂ, ਉਹ ਨੀਚਾਂ ਨੂੰ ਉੱਚਾ ਕਰਦਾ ਹੈ। ਪਰ ਅਸੀਂ ਜਿਨ੍ਹਾਂ ਨੂੰ ਨੀਚ ਕਹਿੰਦੇ ਸੀ 50 ਸਾਲ ਪਹਿਲਾਂ, ਅੱਜ ਵੀ ਸਾਨੂੰ ਨਫ਼ਰਤ ਉੱਦਾਂ ਹੀ ਕਾਇਮ ਹੈਗੀ ਆ। ਕਿੰਨੀ ਵਾਰੀ ਪੜ੍ਹ ਲਿਆ ਸ਼ਬਦ, ਸਾਡੇ 'ਤੇ ਅਸਰ ਨਹੀਂ ਹੋਇਆ। ਜਿਸ ਤਰ੍ਹਾਂ ਬੱਚੇ ਨੇ ਦੱਸਿਆ ਕਿ ਜਾਣ ਲੱਗੇ ਝੋਲੀਆਂ ਭਰ ਕੇ ਜਾਓ, ਉਸ ਨੂੰ ਘਰ ਜਾ ਕੇ ਫੋਲੋ, ਫੋਲ ਕੇ ਆਪਣਾ ਹੋਮਵਰਕ ਕਰੋ।
मैं फिर एक बेनती करा, होमवर्क लैके जाना इत्थों, ਜਿਹੜਾ जो भी ज्ञान बच्चे ने सानू दिता है साडा होमवर्क है। और होमवर्क तुसीं घर जाके नोटबुक खोलियो किहड़ी भला अंदर दी कि अज असीं किहड़ी गल सीखी है। तो जे होमवर्क ना करोगे तो फिर पास होने का कोई आइडिया भी नहीं रह जाता। तो ये गुरु साहब की है साडे, गुरु साहब सानू की देंगे भला सबक की देंगे आ, की देंगे सानू तो सबक लिया के ना वी आर द रिसीवर, गुरु इज द ट्रांसमिटर। गुरु ट्रांसमिट करता है, असीं रिसीव करना हैगा। तो जब तक असीं रिसीव नहीं करते उन्ना चेर तक साडे अंदर कख नहीं जाता, असीं खाली दे खाली रह जाने। याद रखो कभी गिलास खाली भरिया होया भरी हुई बाल्टी के पानी च डोब दिओ पुट्ठा करके, भावें 20 साल रख लो, जब गिलास कढोगे खाली का खाली होएगा। क्यों भला? क्योंकि दो चीज़ां एक टाइम नहीं हो सकदियां। दो चीज़ां किहड़ी किहड़ी? हवा के गिलास च की हैगी? हवा। गिलास च की हैगी? हवा। दिसदी नहीं पर इदां ही साडे अंदर भी भला किहड़ी हवा है? हंकार दी हवा साडे अंदर किहड़ी आ? वो भी हवा। बे फलाने बंदे की हवा बड़ी उच्ची है, इसका मतलब साडे भी अंदर हवा भरी ना, पंप भरिया चंगी तरह एन पूरा टाइट होया साडे अंदर। वो हंकार जिहड़ा हैगा, जब तक हंकार मौजूद है तुहाडे अंदर विकार मौजूद रहणगे। जब तक तुहाडे अंदर हंकार मौजूद है तुहाडे अंदर विकार मौजूद रहणगे। जब तुहाडे अंदर निरंकार आ जाएगा फिर सोचो, जदों तुहाडे अंदर हंकार चले जाएगा तुहाडे अंदर कौन आएगा? निरंकार। कौन आएगा? हुण चाहे निरंकार नूं अपने को रख लो, चाहे हंकार नूं रख लो।